ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੀ ਸਾਧ ਸੰਗਤ ਜੀਓ, ਆਓ ਸੰਗਤ ਰੂਪ ਦੇ ਵਿੱਚ ਜੁੜ ਕੇ ਸਤਿਗੁਰਾਂ ਦੀ ਬਾਣੀ ਦੀ ਵਿਚਾਰ ਕਰੀਏ, ਸਤਿਗੁਰਾਂ ਦੇ ਉਪਦੇਸ਼ ਨੂੰ ਸਮਝੀਏ, ਮੰਨੀਏ, ਕਮਾਉਣ ਦੀ ਕੋਸ਼ਿਸ਼ ਕਰੀਏ। ਆਪਾਂ ਵਿਚਾਰ ਰਹੇ ਹਾਂ ਆਸਾ ਰਾਗ ਦੇ ਵਿੱਚ ਮਹੱਲੇ 5ਵੇਂ ਦੀ ਬਾਣੀ। ਕੱਲ੍ਹ ਆਪਾਂ ਵਿਚਾਰਦੇ ਸੀ ਕਿ ਪ੍ਰਭੂ ਦੇ ਜਿਹੜੇ ਸੰਤ ਨੇ, ਜਿਹੜੇ ਪ੍ਰਭੂ ਦੇ ਦਰਸ਼ਨ ਕਰਦੇ ਨੇ, ਉਹ ਫਿਰ ਜਗਤ ਦਾ ਉਦਾਰ ਕਰਦੇ ਨੇ। ਉਦਾਰ ਕਿਵੇਂ ਕਰਦੇ ਨੇ ਕਿ ਜਗਤ ਨੂੰ ਉਹ ਗਿਆਨ ਦਿੰਦੇ ਨੇ ਕਿਵੇਂ ਆਪਾਂ ਪ੍ਰਭੂ ਨੂੰ ਮਿਲਣਾ ਹੈ। ਜਿਸ ਨੂੰ ਆਪਾਂ ਵਿਚਾਰਦੇ ਸੀ, ਜਗ ਸਥਾਵਤ ਰਹੇ ਏਕ ਇੱਕ ਬੂਝਿਆ, ਆਏ ਬਸੇ ਅਬ ਨਿਸ਼ਚਲ ਥਾਏ। ਵੀ ਜਿਹੜੇ ਧਾਵਦਾ ਸੀ ਮਨ, ਹੁਣ ਇੱਕ ਥਾਂ 'ਤੇ ਆ ਕੇ ਵਸ ਗਿਆ ਹੈ, ਕਿਉਂਕਿ ਨਿਸ਼ਚਲ ਨੂੰ ਜਾਣ ਲਿਆ ਜੋ ਅਚਲ ਹੈ। ਜਗਤ ਉਦਾਹਰਨ ਸੰਤ ਤੁਮਾਰੇ ਦਰਸ਼ਨ ਪੇਖਤ ਰਹੇ ਅਗਾਏ। ਤੇਰੇ ਦਰਸ਼ਨ ਨੇ ਜਿਹੜੇ, ਤੇਰੇ ਸੰਤ ਨੇ ਜਿਹੜੇ ਦਰਸ਼ਨ ਕਰਕੇ ਤ੍ਰਿਪਤ ਨੇ, ਉਹੀ ਜਗਤ ਨੂੰ ਦਾ ਉਦਾਰ ਕਰਦੇ ਨੇ। ਜਨਮ ਦੋਖ ਭਰੇ ਮੇਰੇ ਪਾਛੇ, ਅਬ ਪਕੜੇ ਨਿਸ਼ਚਲ ਸਾਧੂ ਪਾਏ। ਬੇ ਹੁਣ ਮੇਰੇ ਜਨਮ ਦੇ ਦੁੱਖ ਖਤਮ ਹੋ ਗਏ, ਸਾਧੂ ਜਨਾਂ ਦਾ ਸੰਗ ਕੀਤਾ, ਉਹਨਾਂ ਦੇ ਬਚਨਾਂ ਨੂੰ ਪਕੜਿਆ ਅਤੇ ਉਹ ਸਥਾਨ ਨਿਸ਼ਚਲ ਪ੍ਰਾਪਤ ਹੋ ਗਿਆ। ਸਹਿਜ ਤੁਨ ਗਾਵੇ ਮੰਗਲ ਮਨੂਆ, ਅਬ ਤਾਕੋ ਪੁਨ ਕਾਲ ਨਾ ਖਾਏ। ਕਿਉਂਕਿ ਸਾਧੂ ਜਨ ਮੁੱਖੋਂ ਸਹਿਜ ਧੁਨ ਦਾ ਗਿਆਨ ਦਿੰਦੇ ਨੇ, ਅਤੇ ਜਿਹੜੇ ਜੀਵ ਉਸ ਨੂੰ ਪਕੜ ਲੈਂਦੇ ਨੇ, ਧੁਨ ਦਾ ਪਿੱਛਾ ਕਰਦੇ ਨੇ। ਧੁਨ ਹੈ ਗਿਆਨ ਗੁਰ ਦਾ ਸ਼ਬਦ, ਓਂਕਾਰ ਧੁਨ। ਜਿਹੜੇ ਜੀਵ ਉਹਨੂੰ ਸੁਣ ਕੇ ਚੱਲਦੇ ਨੇ ਅਤੇ ਉਹਨਾਂ ਨੂੰ ਫਿਰ ਕਾਲ ਨਹੀਂ ਖਾਂਦਾ, ਕਾਲ ਨਹੀਂ ਖਾ ਸਕਦਾ। ਕਰਨ ਕਾਰਨ ਸਮਰੱਥ ਹਮਾਰੇ ਸੁਖਦਾਈ ਮੇਰੇ ਹਰ ਹਰਾਏ। ਪਰ ਇਹ ਸਾਰਾ ਕੁਛ ਕਰਨ ਵਾਲਾ ਕੌਣ ਹੈ? ਆਪ ਮਾਲਕ। ਉਹ ਸਮਰੱਥ ਹੈ, ਉਹ ਸਾਡੇ ਹਿਰਦੇ ਦੇ ਵਿੱਚ ਵਸਿਆ ਹੈ। ਨਾਮ ਤੇਰਾ ਜਪ ਜੀਵੈ ਨਾਨਕ, ਓਤ ਪੋਤ ਮੇਰੇ ਸੰਗ ਸਹਾਏ। ਓਤ ਪੋਤ ਮੇਰੇ ਸੰਗ ਵਸਦਾ ਹੈ ਪਰਮੇਸ਼ਰ। ਇਸ ਕਰਕੇ ਹੇ ਪ੍ਰਭੂ, ਤੇਰਾ ਨਾਮ ਜਪ ਕੇ ਮੇਰਾ ਜੀਵਨ ਬਣ ਗਿਆ ਹੈ। ਨਾਨਕ ਦਾ ਜੀਵਨ ਕੀ ਹੈ? ਉਸ ਪ੍ਰਭੂ ਦੇ ਨਾਮ ਨੂੰ ਜਪਣਾ, ਉਸ ਪ੍ਰਭੂ ਦੀ ਸਿਫਤ ਸਲਾਹ ਕਰਨੀ। ਪਰ ਕਦੋਂ? ਜਦੋਂ ਹਰ ਸਮੇਂ ਸਾਡਾ ਸੰਗ ਸਾਥੀ ਹੈ, ਸਦਾੰਗ ਸੰਗੇ, ਸਦਾ ਅੰਗ ਸੰਗ ਹੈ। ਇਹ ਤੱਕ ਆਪਾਂ ਵਿਚਾਰ ਕੀਤੀ ਸੀ ਕੱਲ੍ਹ। ਆਓ ਆਪਾਂ ਅਗਲੇ ਸ਼ਬਦ ਦੀ ਵਿਚਾਰ ਕਰਦੇ ਹਾਂ। ਆਸਾ ਮਹੱਲਾ 5ਵਾਂ। ਆਸਾ ਰਾਗ ਦੇ ਵਿੱਚ ਮਹੱਲੇ 5ਵੇਂ ਦਾ ਸ਼ਬਦ ਹੈ, ਅੜੜਾਵੈ ਬਿਲ ਲਾਵੈ ਨਿੰਦਕ। ਪਾਰ ਬ੍ਰਹਮ ਪਰਮੇਸ਼ਰ ਬਿਸਰਿਆ, ਆਪਣਾ ਕੀਤਾ ਪਾਵੈ ਨਿੰਦਕ। ਜਦੋਂ ਕੋਈ ਨਿੰਦਾ ਕਰਦਾ ਹੈ, ਨਿੰਦਾ ਕਰਦਾ ਹੈ ਕਿਹਨਾਂ ਦੀ? ਸੰਤ ਜਨਾਂ ਦੀ, ਸਾਧੂ ਜਨਾਂ ਦੀ, ਭਗਤ ਜਨਾਂ ਦੀ। ਉਹਨਾਂ ਦੇ ਨਾਲ ਅੜਦਾ ਹੈ, ਉਹਨਾਂ ਦਾ ਵਿਰੋਧ ਕਰਦਾ ਹੈ, ਅਤੇ ਉਸ ਨੂੰ ਫਿਰ ਸਜ਼ਾ ਮਿਲਦੀ ਹੈ, ਫਿਰ ਉਹ ਵਿਲ ਲਾਉਂਦਾ ਹੈ। ਪਾਰ ਬ੍ਰਹਮ ਪਰਮੇਸ਼ਰ ਉਸ ਤੋਂ ਵਿਸਰ ਜਾਂਦਾ ਹੈ। ਜੇ ਕੋਈ ਪ੍ਰਭੂ ਨੂੰ ਧਿਆਉਂਦਾ ਵੀ ਹੈ, ਜੇਕਰ ਨਿੰਦਾ ਕਰਦਾ ਹੈ ਸੰਤ ਜਨਾਂ ਦੀ, ਸਾਧੂ ਜਨਾਂ ਦੀ, ਭਗਤ ਜਨਾਂ ਦੀ, ਅਤੇ ਫਿਰ ਉਸ ਨੂੰ ਸਜ਼ਾ ਮਿਲਦੀ ਹੈ। ਉਸ ਨੂੰ ਪਰਮੇਸ਼ਰ ਤੋਂ ਵਿਛੋੜਾ ਹੋ ਜਾਂਦਾ ਹੈ, ਪਰਮੇਸ਼ਰ ਉਸ ਨੂੰ ਵਿਸਾਰ ਦਿੰਦਾ ਹੈ। ਕਿਉਂਕਿ ਨਫ਼ਰਤ, ਵੈਰ, ਵਿਰੋਧ ਪ੍ਰਭੂ ਨੂੰ ਨਹੀਂ ਪਾਉਂਦੀ।
ਫਿਰ ਉਸ ਦੇ ਸੰਤ ਜਨ, ਜੇ ਸੰਤ ਜਨ ਦੁਖੀ ਹੁੰਦੇ ਨੇ ਤੇ ਪਰਮੇਸ਼ਰ ਵੀ ਉੱਥੇ ਦੁੱਖ ਮਹਿਸੂਸ ਕਰਦਾ ਹੈ। ਜਿਵੇਂ ਮਾਤਾ ਪਿਤਾ ਬੱਚੇ ਦਾ ਦੁੱਖ ਨਹੀਂ ਸਹਿਣ ਸਕਦੀ, ਇੱਦਾਂ ਹੀ ਪਰਮੇਸ਼ਰ ਜਦੋਂ ਉਹਦੇ ਸੰਤ, ਕਿਉਂਕਿ ਸੰਤ ਉਸਦੇ ਪਿਆਰੇ ਹੁੰਦੇ ਨੇ, ਦੁਖੀ ਹੁੰਦੇ ਨੇ, ਪਰਮੇਸ਼ਰ ਵੀ ਦੁਖੀ ਹੁੰਦਾ ਹੈ। ਜਦੋਂ ਉਸਦੇ ਸੰਤ ਸਾਧੂ ਜਨ ਸੁਖੀ ਹੁੰਦੇ ਨੇ, ਪਰਮੇਸ਼ਰ ਵੀ ਸੁਖੀ ਹੁੰਦਾ ਹੈ, ਖੁਸ਼ ਹੁੰਦਾ ਹੈ। ਜਿਸ ਨੂੰ ਆਪਾਂ ਪੜ੍ਹਦੇ ਹਾਂ, ਸੰਤਨ ਦੁੱਖ ਪਾਏ ਤੇ ਦੁਖੀ, ਸੁਖ ਪਾਏ ਸਾਧਨ ਕੇ ਸੁਖੀ। ਸੋ ਇਸ ਕਰਕੇ ਜਿਹੜੇ ਜੀਵ ਫਿਰ ਕਰਦੇ ਨੇ ਨਿੰਦਾ, ਇਹਨੂੰ ਮਹਾਰਾਜ ਸਮਝਾਉਂਦੇ ਨੇ ਕਿ ਨਿੰਦਾ ਤਾਂ ਕਿਸੇ ਦੀ ਵੀ ਭਲੀ ਨਹੀਂ, ਪਰ ਜਿਹੜੇ ਜੀਵ ਦੁਸ਼ਟਾਂ ਦਾ ਨਾਲ ਪਿਆਰ ਕਰਦੇ ਤੇ ਸੰਤਾਂ ਦਾ ਵਿਰੋਧ ਕਰਦੇ ਨੇ, ਸੰਤਾਂ ਦੇ ਨਾਲ ਨਿੰਦਾ ਕਰਦੇ ਨੇ, ਸੰਤਾਂ ਦੇ ਨਾਲ ਦੁਸ਼ਮਣੀ ਕਰਦੇ ਨੇ, ਬੈਰ ਕਮਾਉਂਦੇ ਨੇ, ਉਹ ਆਪ ਤਾਂ ਡੁੱਬਦੇ ਹੀ ਨੇ, ਪਰਿਵਾਰ ਨੂੰ ਵੀ ਡੋਬ ਦਿੰਦੇ ਨੇ, ਆਪਣੀਆਂ ਕੁੱਲਾਂ ਵੀ ਡੋਬ ਦਿੰਦੇ ਨੇ। ਮੇਰਾ ਸਮਝਾਉਂਦੇ ਨੇ, ਦੁਸ਼ਟਾਂ ਨਾਲ ਦੋਸਤੀ, ਨਾਲ ਸੰਤਾਂ ਵੈਰ ਕਰਨ, ਆਪ ਡੁੱਬੇ ਪਰਿਵਾਰ ਸਿਓ ਸਗਲੇ ਕੁੱਲ ਡੁਬਨ, ਨਿੰਦਾ ਭਲੀ ਕਿਸੇ ਕੀ ਨਾਹੀ, ਮਨ ਮੁਖ ਮੁਗਧ ਕਰਨ, ਮੂੰਹ ਕਾਲੇ ਤਿੰਨ ਨਿੰਦਕਾ ਨਰਕੇ ਘੋਰ ਪਵਨ। ਉਹਨਾਂ ਨੂੰ ਫਿਰ ਸਜ਼ਾ ਮਿਲਦੀ ਹੈ, ਸਖਤ ਸਜ਼ਾ ਹੁੰਦੀ ਹੈ ਨਿੰਦਕ ਦੀ। ਹੋਰ ਸਾਰੀਆਂ ਚੀਜ਼ਾਂ ਦਾ ਇਲਾਜ ਹੈ, ਦਵਾਈ ਪੈਦਾ ਕੀਤੀ ਹੈ, ਪਰ ਨਿੰਦਾ ਦੀ ਦਵਾਈ ਨਹੀਂ ਹੈ। ਮਹਾਰਾਜ ਸਮਝਾਉਂਦੇ ਨੇ, ਔਖਦ ਸਭੇ ਕੀਤਿਓਨ ਨਿੰਦਕ ਕਾ ਦਾਰੂ ਨਾ ਹੈ। ਕਹਿੰਦੇ ਨਿੰਦਾ ਦਾ ਕੋਈ ਇਲਾਜ ਹੀ ਨਹੀਂ ਹੈ। ਨਿੰਦਾ ਕਰਤੀ ਜੇ ਅਸੀਂ ਸੰਤ ਸਾਧੂ ਦੀ, ਫਿਰ ਜਿਹਦੀ ਨਿੰਦਾ ਕੀਤੀ ਉਹ ਤਾਂ ਸਾਨੂੰ ਬਖਸ਼ ਸਕਦਾ ਹੈ, ਹੋਰ ਨਹੀਂ ਕੋਈ ਬਖਸ਼ ਸਕਦਾ। ਹਾਂ, ਉਹ ਚਾਹੇ ਉਹ ਸਾਨੂੰ ਮਾਫ ਕਰ ਸਕਦਾ ਹੈ, ਐਸੇ ਜੀਵਾਂ ਨੂੰ ਪ੍ਰਭੂ ਵੀ ਨਹੀਂ ਬਖਸ਼ਦਾ। ਇਸ ਕਰਕੇ ਸਮਝਾਉਂਦੇ ਨੇ ਕਿ ਆਪਣੇ ਕੀਤਾ ਹੀ ਪ੍ਰਭੂ, ਉਹ ਕੋਈ ਉਹਦਾ ਨਹੀਂ, ਉਸਨੇ ਆਪਣੇ ਕੀਤੇ ਦੀ ਸਜ਼ਾ ਪਾਉਂਦਾ ਹੈ। ਪਾਰ ਬ੍ਰਹਮ ਪਰਮੇਸ਼ਰ ਵਿਸਰਿਆ, ਆਪਣਾ ਕੀਤਾ ਪਾਵੈ ਨਿੰਦਕ। ਇਹ ਰਹੋ ਪੰਕਤੀਆਂ ਨੇ ਸ਼ਬਦ ਦੀਆਂ। ਅੱਗੇ ਸਮਝਾਉਂਦੇ ਨੇ, ਜੇ ਕੋਈ ਉਸਕਾ ਸੰਗੀ ਹੋਵੇ ਨਾਲੇ ਲੈ ਸਦਾਵੇ। ਜੇ ਕੋਈ ਨਿੰਦਾ ਕਰਦਾ, ਜੇ ਉਹਦਾ ਸੰਗੀ ਉਹਦੀ ਨਿੰਦਾ ਸੁਣਦਾ ਹੈ, ਉਸਦੀ ਹਾਂ ਵਿੱਚ ਹਾਂ ਮਿਲਾਉਂਦਾ ਹੈ, ਉਹ ਵੀ ਨਾਲ ਹੀ ਉਸਨੂੰ ਵੀ ਪ੍ਰਭੂ ਵਿਸਰ ਜਾਂਦਾ ਹੈ। ਇਸ ਕਰਕੇ ਮਹਾਰਾਜ ਨੇ ਕਿਹਾ ਵੀ ਸਾਕਤਾਂ ਦਾ ਸੰਗ ਨਹੀਂ ਕਰਨਾ, ਸਾਕਤ ਸੰਗ ਨਾ ਕੀਜੀਏ ਦੂਰ ਹੋ ਜਾਈਏ ਭਾਗ। ਬਾਬਾ ਕਬੀਰ ਜੀ ਸਮਝਾਉਂਦੇ ਨੇ, ਕਬੀਰ ਸਾਕਤ ਸੰਗ ਨਾ ਕੀਜੀਏ ਦੂਰੋਂ ਜਾਈਏ ਭਾਗ, ਬਾਸਨ ਕਾਰਨ ਪਰਸੀਏ ਤਾਂ ਕਿਛ ਲਾਗੈ ਦਾਗ। ਇਸ ਕਰਕੇ ਨਿੰਦਾ ਸੁਣਨੀ ਵੀ ਬਹੁਤ ਮਾੜੀ ਹੈ। ਜੇ ਉਹਦਾ ਕੋਈ ਸੰਗੀ ਹੈ, ਉਹ ਵੀ ਨਾਲ ਹੀ ਉਸਨੂੰ ਵੀ ਪ੍ਰਭੂ ਵਿਸਰ ਜਾਂਦਾ, ਉਸਨੂੰ ਵੀ ਸਜ਼ਾ ਮਿਲਦੀ ਹੈ। ਅਨਹੋਦਾ ਅਜਗਰ ਭਾਰ ਉਠਾਏ, ਨਿੰਦਕ ਅਗਨੀ ਮਾਹੇ ਜਲਾਵੇ। ਬਿਨਾਂ ਮਤਲਬ ਤੇ ਹੀ ਜੀ ਭਾਰ ਉਠਾਉਂਦਾ ਹੈ ਆਪਣੇ ਇੱਥੇ, ਉਹ ਵੀ ਬਹੁਤ। ਕਿਵੇਂ ਜਿਵੇਂ ਸੱਪ ਰੇਂਗਦਾ ਹੈ, ਇੱਦਾਂ ਭਾਰ ਜਿਹੜਾ ਸਾਨੂੰ ਦੱਬ ਲੈਂਦਾ ਹੈ, ਰੇਂਗ ਕੇ ਚੱਲਦਾ ਹੈ ਜੀਵ। ਸਰਪ ਦੀ ਜੂਨੀ ਮਿਲ ਜਾਂਦੀ ਹੈ ਐਸੇ ਜੀਵਾਂ ਨੂੰ। ਰੇਂਗ ਕੇ ਚੱਲਣਾ ਹੈ, ਧਰਤੀ 'ਤੇ ਚੱਲਣਾ। ਹੋਰ ਬਹੁਤ ਸਾਰੀਆਂ ਨੇ ਖਿਦਜੂਨੀਆਂ ਨੇ। ਅਗਨ ਦੇ ਵਿੱਚ ਸੜਦਾ ਹੈ ਪ੍ਰਭੂ, ਐਸੇ ਜੀਵਾਂ ਨੂੰ ਐਸੀਆਂ ਜੂਨੀਆਂ ਦੇ ਵਿੱਚ ਸਾੜਦਾ ਹੈ, ਸਜ਼ਾ ਦਿੰਦਾ ਹੈ ਫਿਰ ਜਿਹੜੇ ਨਿੰਦਾ ਕਰਦੇ ਨੇ ਬਿਨਾਂ ਮਤਲਬ ਤੇ ਅਨਹੋਦਾਈ। ਪਰਮੇਸ਼ਰ ਕੈ ਦੁਆਰਾ ਜੇ ਹੋਏ ਬਤੀਤਾ, ਸੋ ਨਾਨਕ ਆਖ ਸੁਣਾਵੇ। ਤੇ ਮੇਰਾ ਸਮਝਾਉਂਦੇ ਨੇ, ਜੋ ਪਰਮੇਸ਼ਰ ਦੇ ਦੁਆਰੇ 'ਤੇ ਜੋ ਬੀਤਦਾ ਹੈ ਇਹਨਾਂ ਲੋਕਾਂ ਦੇ ਨਾਲ, ਨਿੰਦਕਾਂ ਦੇ ਨਾਲ, ਉਹ ਸੁਣਾ ਰਹੇ ਨੇ ਵੀ ਇੱਦਾਂ ਇਹਨਾਂ ਦੇ ਨਾਲ ਫਿਰ ਸਜ਼ਾ, ਇਹਨਾਂ ਨੂੰ ਸਜ਼ਾ ਮਿਲਦੀ ਹੈ, ਆਪਣੇ ਕੀਤੇ ਦਾ ਫਲ ਪਾਉਣਾ ਪੈਂਦਾ ਹੈ। ਭਗਤ ਜਨਾਂ ਕੋ ਸਦਾ ਆਨੰਦ ਹੈ, ਹਰ ਕੀਰਤਨ ਗਾਏ ਬਿਗਸਾਵੇ। ਭਗਤ ਜਨਾਂ ਨੂੰ ਸਦਾ ਆਨੰਦ ਹੈ,
ਉਹ ਹਰੀ ਦੇ ਗੁਣ ਗਾਉਂਦੇ ਨੇ, ਆਪਣਾ ਆਨੰਦ ਮਾਣਦੇ ਨੇ, ਪਰ ਨਿੰਦਕਾਂ ਨੂੰ ਸਜ਼ਾ ਮਿਲਦੀ ਹੈ ਜਿਹੜੇ ਭਗਤਾਂ ਦੇ ਨਿੰਦਾ ਕਰਦੇ ਨੇ। ਭਗਤਾਂ ਨੂੰ ਕੋਈ ਫਰਕ ਨਹੀਂ, ਕਿਉਂਕਿ ਸਾਨੂੰ ਉਸਤਤ ਨਿੰਦਾ ਦੋਨੋਂ ਸਾਹਮਣੇ, ਪਰ ਨਿੰਦਾ ਕਰਨ ਵਾਲੇ ਨੂੰ ਸਜ਼ਾ ਮਿਲਦੀ ਹੈ, ਕਿਉਂਕਿ ਪ੍ਰਭੂ ਨਹੀਂ ਪਾਉਂਦਾ। ਪ੍ਰਭੂ ਨੇ ਇੱਕ ਸੰਵਿਧਾਨ ਬਣਾ ਦਿੱਤਾ ਹੈ ਅਤੇ ਉਸ ਤਹਿਤ ਫਿਰ ਸਜ਼ਾ ਉਹਨਾਂ ਨੂੰ ਮਿਲਣੀ ਹੀ ਹੈ। ਉਸ ਦੀ ਦਾਰੂ ਵੀ ਕੋਈ ਨਹੀਂ ਹੈ, ਉਸ ਦਾ ਮੁਆਫੀ ਵੀ ਕੋਈ ਨਹੀਂ। ਮੁਆਫੀ ਕੌਣ ਦੇ ਸਕਦਾ ਹੈ? ਜਿਸ ਦੀ ਉਸਨੇ ਨਿੰਦਾ ਕੀਤੀ ਹੈ। ਨਾਨਕ ਸੰਤ ਭਾਵੇ ਤਾਂ, ਵਿੱਚ ਸੰਤ ਨੂੰ ਭਾ ਜਾਵੇ ਫਿਰ ਉਸ ਦਾ ਉਦਾਰ ਕਰ ਸਕਦਾ ਹੈ। ਸੰਤ ਕੇ ਦੋਖੀ ਕੋ ਨਾ ਹੀ ਠਾਓ, ਨਾਨਕ ਸੰਤ ਭਾਵੇ ਤਾਂ ਲਏ ਮਿਲਾਏ। ਆਓ ਅਗਲਾ ਸ਼ਬਦ ਫਿਰ ਆਸਾ ਰਾਗ ਦੇ ਵਿੱਚ, ਆਸਾ ਮਹੱਲਾ ਪੰਜਵਾਂ। ਆਸਾ ਰਾਗ ਦੇ ਵਿੱਚ ਮਹੱਲੇ ਪੰਜਵੇਂ ਦਾ ਸ਼ਬਦ ਹੈ। ਰਹੋ ਪੰਕਤੀਆਂ ਨੇ। ਮਨ ਮਹਿ ਚੇਤਵੂ ਐਸ ਮਾਈ ਕਹਾਂ ਕਰੋ, ਇਹ ਮਨ ਨਾ ਤੀਰੈ। ਕਹੇ ਮਾਈ ਕਿਆ ਕਰੂੰ, ਇਹ ਮਨ ਨੂੰ ਮੇਰੇ ਨੂੰ ਧੀਰਜ ਨਹੀਂ ਆਉਂਦੀ, ਟਿਕਾ ਨਹੀਂ ਆਉਂਦਾ। ਪ੍ਰਿਆ ਪ੍ਰੀਤਮ ਬੈਰਾਗ ਹਿਰੈ, ਉਸ ਪ੍ਰਭੂ ਦਾ ਬੈਰਾਗ ਹੈ। ਉਸ ਕਰਕੇ ਜਦ ਤੱਕ ਪ੍ਰਭੂ ਦੇ ਨਾਲ ਮਿਲਾਪ ਨਹੀਂ, ਮੇਰੇ ਮਨ ਨੂੰ ਧੀਰਜ ਨਹੀਂ ਆਉਂਦੀ। ਧੀਰਜ ਕਦੋਂ ਆਉਂਦੀ ਹੈ? ਜਦੋਂ ਪ੍ਰਭੂ ਦੇ ਦਰਸ਼ਨ ਹੁੰਦੇ ਨੇ। ਇਹ ਰਹੋ ਪੰਕਤੀਆਂ ਨੇ ਸ਼ਬਦ ਦੀਆਂ ਕਿ ਸਿਰਫ ਦਰਸ਼ਨਾਂ ਦੀ, ਪ੍ਰਭੂ ਦੇ ਮਿਲਾਪ ਦੀ ਤਾਂਘ ਹੈ। ਜਦ ਤੱਕ ਮਿਲਾਪ ਨਹੀਂ, ਮਨ ਸ਼ਾਂਤ ਨਹੀਂ ਹੁੰਦਾ। ਬਹੁਤ ਕੁਛ ਕਰਕੇ ਦੇਖ ਲਿਆ। ਕੀ ਦੇਖਿਆ? ਆਓ ਸਮਝਾਉਂਦੇ ਨੇ ਸਤਿਗੁਰੂ ਜੀ। ਜੋ ਮੈਂ ਕੀਓ ਸਗਲ ਸ਼ਿਗਾਰਾ, ਕਹਿੰਦੇ ਮੈਂ ਤਨ ਦੇ ਸਾਰੇ ਸ਼ਿਗਾਰ ਕਰਕੇ ਦੇਖ ਲਏ, ਤੋ ਵੀ ਮੇਰਾ ਮਨ ਨਾ ਪਤੀਆਰਾ, ਤਾਂ ਵੀ ਜਿਹੜਾ ਮੇਰਾ ਮਨ ਹੈ ਇਸ ਸ਼ਾਂਤ ਨਹੀਂ ਹੋਇਆ, ਸੰਤੁਸ਼ਟ ਨਹੀਂ ਹੋਇਆ। ਅਨੇਕ ਸੁਗੰਧਤ ਤਨ ਮੈਂ ਲਾਵੂੰ, ਤਨ ਨੂੰ ਬਹੁਤ ਸਾਰੇ ਪਰਫਿਊਮ ਲਗਾ ਕੇ ਦੇਖੀਆਂ, ਸੁਗੰਧੀਆਂ ਲਾਗ ਲਈਆਂ। ਉਹ ਸੁੱਖ ਤਿਲ ਸਮਾਨ ਨਾ ਪਾਵੂੰ, ਕਹਿੰਦੇ ਉਹ ਜਿਹੜਾ ਪ੍ਰਭੂ ਦਾ ਸੁੱਖ ਹੈ, ਪ੍ਰਭੂ ਦੇ ਦਰਸ਼ਨਾਂ ਦਾ ਜਿਹੜਾ ਸੁੱਖ ਹੈ, ਉਸ ਦੇ ਸਮਾਨ ਇੱਕ ਤਿਲ ਵੀ ਨਹੀਂ ਹੈ। ਇਹ ਕਿਨਕਾ ਮਾਤਰ ਵੀ ਨਹੀਂ। ਇਹ ਜਿਹੜਾ ਸੰਸਾਰਿਕ ਤਨ ਨੂੰ ਸ਼ਿੰਗਾਰ ਕਰ ਲਿਆ, ਸੁਗੰਧੀਆਂ ਲਾ ਲਈਆਂ, ਕਹਿੰਦੇ ਪ੍ਰਭੂ ਦਾ ਦਰਸ਼ਨਾਂ ਦਾ ਜਿਹੜਾ ਸੁੱਖ ਹੈ, ਮਿਲਾਪ ਦਾ ਸੁੱਖ ਹੈ, ਉਹਦੇ ਸਾਹਮਣੇ ਇੱਕ ਤਿਲ ਵੀ ਨਹੀਂ ਹੈ। ਇਹ ਜੇ ਕਹਿ ਲਈਏ ਕਿ ਇਹਨਾਂ ਸ਼ਿੰਗਾਰ ਦੇ ਕਰਨ ਨਾਲ ਜੋ ਪ੍ਰਭੂ ਦੇ ਮਿਲਣ ਦਾ ਸੁੱਖ ਹੈ, ਇੱਧਰ ਇੱਕ ਤਿਲ ਜਿੰਨਾ ਸੁੱਖ ਵੀ ਪ੍ਰਾਪਤ ਨਹੀਂ ਹੁੰਦਾ। ਮਨ ਮੈਂ ਚਿਤਵੂ ਐਸੀ ਆਸਾਈ, ਕਹਿੰਦੇ ਮਨ ਦੇ ਵਿੱਚ ਚਿਤਵਾ ਕੀ ਚਿਤਵਦਾ ਹਾਂ, ਚਿਤਵਦਾ ਹਾਂ ਆਸਾ ਉਸ ਮਾਲਕ ਦੀ। ਪਿਰਿਆ ਦੇਖਤ ਜੀਵੋ ਮੇਰੀ ਮਾਈ, ਵੀ ਬਸ ਮੇਰਾ ਜੀਵਨ ਕੀ ਹੋਵੇ ਕਿ ਉਸ ਪ੍ਰਭੂ ਦੇ ਦਰਸ਼ਨ ਕਰਕੇ ਹੀ ਮੈਂ ਜੀਵਾਂ। ਇਹ ਮੇਰੀ ਆਸਾ ਹੈ। ਹੋਰ ਸਾਰਾ ਕੁਛ ਕਰਕੇ ਦੇਖ ਲਿਆ, ਇੱਕ ਤਿਲ ਜਿੰਨਾ ਸੁੱਖ ਵੀ ਨਹੀਂ ਹੈ ਉਹਨਾਂ ਦੇ ਵਿੱਚ। ਤੇ ਇਸ ਕਰਕੇ ਮਨ ਦੇ ਵਿੱਚ ਇੱਕ ਹੀ ਆਸਾ ਹੈ, ਚਿਤਵਦਾ ਹਾਂ ਜਾਂ ਚਿਤਵਦੀ ਹਾਂ ਕਿ ਉਸ ਦੇ ਦਰਸ਼ਨ ਕਰਕੇ ਹੀ ਪਿਰਿਆ ਦੇਖਤ ਜੀਵੂ ਮੇਰੀ ਮਾਈ, ਵੀ ਉਹਦੇ ਦਰਸ਼ਨ ਕਰਕੇ ਹੀ, ਉਸ ਨੂੰ ਦੇਖ ਕੇ ਹੀ ਮੇਰਾ ਜੀਵਨ ਹੈ। ਫਿਰ ਹੀ ਅਸਲੀ ਜੀਵਨ ਹੈ ਕਿ ਉਸ ਦੇ ਦਰਸ਼ਨ ਕਰ ਕਰਕੇ ਹੀ ਮੈਂ ਜੀਵਾਂ। ਗੁਰ ਕਾ ਦਰਸ਼ਨ ਦੇਖ ਦੇਖ ਜੀਵਾਂ। ਬਸਤਰ ਵਿਭੂਖਨ ਸੁਖ ਬਹੁਤ ਵਿਸਿਖ ਹੈ, ਕਹਿੰਦੇ ਹੋਰ ਦੱਸ ਰਹੇ
ਕਹਿੰਦੇ ਬਸਤਰ ਸੋਹਣੇ ਪਾ ਲਏ, ਗਹਿਣੇ ਵੀ ਪਾ ਲਏ, ਕਿ ਇਹਨਾਂ ਤੋਂ ਸੁੱਖ ਮਿਲ ਜੂ, ਖੁਸ਼ੀ ਮਿਲ ਜਾਏਗੀ। ਉਹ ਵੀ ਜਾਣੋ ਕਿਤੇ ਨਾ ਲਿਖ ਹੈ, ਪਰ ਕਹਿੰਦੇ ਉਹ ਵੀ ਕਿਸੇ ਲੇਖੇ ਨਹੀਂ, ਕਿਉਂਕਿ ਪ੍ਰਭੂ ਨੂੰ ਮਿਲਣ ਦੇ ਵਾਸਤੇ ਕੀ ਹੈ? ਮਨ ਦਾ ਸ਼ਿੰਗਾਰ। ਤਨ ਦੇ ਸ਼ਿੰਗਾਰ ਦੇ ਨਾਲ ਪ੍ਰਭੂ ਨਹੀਂ ਮਿਲਦਾ। ਪਤ ਸੋਭਾ ਅਰਮਾਨ ਮਹਤ, ਕਹਿੰਦੇ ਸੰਸਾਰ 'ਚ ਸ਼ੋਭਾ ਮਾਨ ਮਿਲਦਾ ਹੈ, ਇੱਜ਼ਤ ਮਿਲਦੀ ਹੈ, ਵਡਿਆਈ ਮਿਲਦੀ ਹੈ। ਜੇ ਇਹ ਵੀ ਮਿਲ ਜਾਵੇ, ਆਗਿਆਕਾਰੀ ਸਗਲ ਜਗਤ, ਸਾਰਾ ਸੰਸਾਰ ਹੀ ਆਗਿਆਕਾਰੀ ਹੋ ਜਾਵੇ। ਗ੍ਰਹਿ ਐਸਾ ਹੈ ਸੁੰਦਰ ਲਾਲ, ਬਹੁਤ ਸੋਹਣਾ ਘਰ ਵੀ ਹੋਵੇ, ਪਰ ਜਦ ਤੱਕ ਪ੍ਰਭੂ ਦੇ ਦਰਸ਼ਨ ਨਹੀਂ, ਕੁਛ ਨਹੀਂ ਹੁੰਦਾ। ਜੇ ਪ੍ਰਭੂ ਦੇ ਦਰਸ਼ਨ ਹੋ ਜਾਣ, ਫਿਰ ਸਦਾ ਨਿਹਾਲ। ਪ੍ਰਭ ਭਾਵਾ ਤਾਂ ਸਦਾ ਨਿਹਾਲ। ਜੇ ਪ੍ਰਭੂ ਨੂੰ ਪਾ ਜਾਈਏ, ਫਿਰ ਤਾਂ, ਕਿਉਂਕਿ ਜਿਹੜਾ ਸਾਡਾ ਘਰ ਹੈ, ਜਿੱਥੇ ਪ੍ਰਭੂ ਦਾ ਵਾਸਾ ਹੈ, ਉਹ ਸੁੰਦਰ ਘਰ ਹੈ ਬੜਾ। ਉਹ ਹੈ ਜਿਹਾ ਸੰਸਾਰ ਦੇ ਵਿੱਚ ਕੁਛ ਵੀ ਨਹੀਂ ਹੈ। ਬਹੁਤ ਸੰਸਾਰ 'ਚ ਵੀ ਬਹੁਤ ਜ਼ਿਆਦਾ ਸੋਹਣਾ ਸੋਹਣਾ ਬਣਿਆ ਹੈ, ਬਹੁਤ ਸੁੰਦਰ ਸੰਸਾਰ ਦੀ ਸਿਰਜਣਾ ਹੋਈ ਹੈ, ਜਿਹੜਾ ਅੱਜ ਦਾ ਯੁੱਗ ਹੈ, ਲੇਕਿਨ ਸਭ ਕੁਛ ਨਾਸਵਾਨ ਹੈ, ਇੱਕੋ ਜਿਹਾ ਨਹੀਂ ਰਹਿੰਦਾ, ਹਰ ਇੱਕ ਚੀਜ਼ ਪੁਰਾਣੀ ਹੋ ਜਾਂਦੀ ਹੈ। ਲੇਕਿਨ ਜੋ ਸਾਡਾ ਘਰ ਹੈ, ਉਹ ਕਦੇ ਪੁਰਾਣਾ ਨਹੀਂ ਹੁੰਦਾ, ਕਦੇ ਟਹਿੰਦਾ ਨਹੀਂ ਹੈ। ਇਸ ਕਰਕੇ ਗੁਰੂ ਸਾਹਿਬਾਂ ਨੇ ਬਾਣੀ ਦੇ ਵਿੱਚ ਲਿਖਿਆ ਹੈ ਕਿ ਡਿੱਠੇ ਸਭੇ ਥਾਨ ਨਹੀਂ ਤੁਧ ਜਿਹਾ। ਬਹੁਤ ਦੇਖ ਲਏ ਕਹਿੰਦੇ, ਪਰ ਤੇਰੇ ਵਰਗਾ ਨਹੀਂ ਹੈ ਕੋਈ, ਜਿੱਥੇ ਤੇਰਾ ਘਰ ਹੈ, ਸੱਚ ਸਾਡਾ ਸੱਚਾ ਘਰ ਹੈ। ਉਹ ਤਾਂ ਹੀ ਸਾਨੂੰ ਪ੍ਰਾਪਤ ਹੁੰਦਾ ਜੇ ਪ੍ਰਭੂ ਨੂੰ ਪਾ ਜਾਈਏ, ਨਹੀਂ ਤਾਂ ਕੁਛ ਵੀ ਕਰ ਲਈਏ, ਕਿਸੇ ਲੇਖੇ ਨਹੀਂ ਹੈ। ਵਿਅੰਜਨ ਭੋਜਨ ਅਨੇਕ ਪ੍ਰਕਾਰ, ਕਹਿੰਦੇ ਬਹੁਤ ਤਰ੍ਹਾਂ ਦੇ ਭੋਜਨ, ਬਹੁਤ ਸਵਾਦਲੇ ਭੋਜਨ ਅਨੇਕਾਂ ਪ੍ਰਕਾਰਾਂ ਦੇ ਕਰ ਲਈਏ। ਰੰਗ ਤਮਾਸ਼ੇ ਬਹੁਤ ਵਿਸਥਾਰ, ਸੰਸਾਰ ਦੇ ਰੰਗ ਤਮਾਸ਼ੇ ਅੱਜ ਦੇ ਬਹੁਤ ਜ਼ਿਆਦਾ ਹੈ, ਨਾਟਕ ਫਿਲਮਾਂ ਹੋਰ ਕਿਆ ਨਹੀਂ ਹੈ, ਇਹ ਤਮਾਸ਼ੇ ਨੇ ਸੰਸਾਰ ਦੇ। ਰਾਜ ਮਿਲਖ ਅਰ ਬਹੁਤ ਫਰਮਾਇਸ਼, ਰਾਜ ਹੋਵੇ ਸੰਸਾਰ ਦੇ ਵਿੱਚ, ਧਨ ਦੌਲਤ ਹੋਵੇ ਅਤੇ ਫਰਮਾਇਸ਼ ਵੀ ਚੱਲਦੀ ਹੋਵੇ, ਕਿਹਾ ਵੀ ਸੰਸਾਰ ਦੇ ਵਿੱਚ ਸਾਡਾ ਚੱਲਦਾ ਹੋਵੇ। ਮਨ ਨਹੀਂ ਤਰਾਪੈ ਤ੍ਰਿਸ਼ਨਾ ਨਾ ਜਾਇਸ, ਸਾਰਾ ਕੁਛ ਮਿਲਣ 'ਤੇ ਵੀ ਮਨ ਰੱਜਦਾ ਨਹੀਂ, ਤ੍ਰਿਸ਼ਨਾ ਖਤਮ ਨਹੀਂ ਹੁੰਦੀ। ਅੱਜ ਵੀ ਆਪਾਂ ਦੇਖਦੇ ਹਾਂ, ਬੜੇ ਬੜੇ ਲੋਕ ਨੇ ਆਪਣੇ ਪੰਜਾਬ ਦੇ ਵਿੱਚ ਹੀ, ਬੜੇ ਬੜੇ ਲੀਡਰ ਪਤਾ ਨਹੀਂ ਕਿੰਨਾ ਕੁਛ ਲੁੱਟ ਕੇ ਖਾ ਗਏ, ਪਰ ਰੱਜੇ ਨਹੀਂ ਹਨ, ਕਿਉਂਕਿ ਇਹਨਾਂ ਦੇ ਨਾਲ ਮਨ ਨਹੀਂ, ਮਨ ਦਾ ਭੋਜਨ ਹੀ ਨਹੀਂ ਹੈ, ਮਨ ਦਾ ਇਹ ਤਨ ਹੀ ਨਹੀਂ ਹੈ। ਬਿਨ ਮਿਲਵੇ ਇਹ ਦਿਨ ਨਾ ਬਿਹਾਵੈ, ਕਹਿੰਦੇ ਪ੍ਰਭੂ ਦੇ ਮਿਲਣ ਤੋਂ ਬਿਨਾਂ ਤਾਂ ਦਿਨ ਹੀ ਨਹੀਂ ਬਤੀਤ ਹੁੰਦਾ। ਮਿਲੇ ਪ੍ਰਭੂ ਤਾਂ ਸਭ ਸੁੱਖ ਪਾਵੇ। ਹਾਂ, ਪ੍ਰਭੂ ਦਾ ਮਿਲਾਪ ਹੋ ਜਾਵੇ, ਫਿਰ ਸਾਰੇ ਹੀ ਸੁੱਖ ਪ੍ਰਾਪਤ ਹੋ ਜਾਂਦੇ ਨੇ। ਖੋਜਤ ਖੋਜਤ ਸੁਣੀ ਇਹ ਸੋਏ, ਕਹਿੰਦੇ ਫਿਰ ਖੋਜਦੇ ਖੋਜਦੇ ਇਹ ਪਤਾ ਲੱਗਿਆ, ਇਹ ਸੁਣਿਆ, ਕੀ ਸੁਣਿਆ? ਸਾਧ ਸੰਗਤ ਬਿਨ ਤਰਿਓ ਨਾ ਕੋਈ, ਵੀ ਸਾਧ ਜਨਾਂ ਦੀ ਸੰਗਤ ਤੋਂ ਬਿਨਾਂ ਕੋਈ ਵੀ ਨਹੀਂ ਤਰ ਸਕਦਾ, ਕੋਈ ਵੀ ਪ੍ਰਭੂ ਨੂੰ ਨਹੀਂ ਮਿਲ ਸਕਦਾ। ਜਿਸ ਮਸਤਕ ਭਾਗ ਤਿਨ ਸਤਿਗੁਰ ਪਾਇਆ, ਜਿਨ੍ਹਾਂ ਦੇ ਮਸਤਕ 'ਤੇ ਭਾਗ ਨੇ ਪ੍ਰਭੂ ਨੇ ਪਾਏ ਨੇ, ਉਹਨਾਂ ਦਾ ਫਿਰ ਸਤਿਗੁਰ ਦੇ ਨਾਲ ਮਿਲਾਪ ਹੁੰਦਾ ਹੈ। ਪੂਰੀ ਆਸਾ ਮਨ ਤ੍ਰਿਪਤਾਇਆ, ਉਹਨਾਂ ਦੀ ਆਸਾ ਪੂਰੀ ਹੋ ਜਾਂਦੀ, ਮਨ ਤ੍ਰਿਪਤ ਹੋ ਜਾਂਦਾ ਹੈ। ਪ੍ਰਭ ਮਿਲਿਆ ਤਾਂ ਚੂਕੀ ਡੰਜਾ,
ਪ੍ਰਭੂ ਦੇ ਨਾਲ ਮਿਲਾਪ ਹੋ ਗਿਆ, ਫਿਰ ਮਨ ਦੀ ਭੁੱਖ ਵੀ ਖਤਮ ਹੋ ਜਾਂਦੀ ਹੈ, ਮਨ ਤ੍ਰਿਪਤ ਹੋ ਜਾਂਦਾ ਹੈ, ਰੱਜ ਜਾਂਦਾ ਹੈ। ਨਾਨਕ ਲੱਦਾ ਮਨ ਤਨ ਮੰਜਾ। ਇੱਦਾਂ ਸਤਿਗੁਰ ਸਮਝਾਉਂਦੇ ਨੇ ਕਿ ਫਿਰ ਪ੍ਰਭੂ ਮਿਲ ਜਾਂਦਾ ਹੈ। ਕਿੱਥੇ ਵਸਦਾ ਹੈ? ਮਨ ਦੇ ਵਿੱਚ ਹੀ। ਤਨ ਦੇ ਵਿੱਚ ਮਨ ਹੈ ਅਤੇ ਮਨ ਦੇ ਵਿੱਚ ਹੀ ਪ੍ਰਭੂ ਦਾ ਵਸਾ ਹੈ। ਕਿਤੇ ਦੂਰ ਨਹੀਂ ਜਾਣ ਦੀ ਲੋੜ। ਤਨ ਮੈਂ ਮਨੂਆ ਮਨ ਮੈਂ ਸਾਚਾ, ਸੋ ਸਾਚਾ ਮਿਲ ਸਾਚੇ ਰਾਚਾ। ਤਨ ਦੇ ਵਿੱਚ ਮਨ ਹੈ, ਮਨ ਦੇ ਵਿੱਚ ਪ੍ਰਭੂ ਨੇ ਵਸਣਾ ਹੈ। ਅਤੇ ਜਿਹੜਾ ਪ੍ਰਭੂ ਨੂੰ ਮਿਲ ਕੇ ਉਹਦੇ 'ਚ ਰਤਿਆ ਗਿਆ ਉਹ ਸੱਚਾ ਹੈ, ਕਿਉਂਕਿ ਪ੍ਰਭੂ ਸੱਚਾ ਹੈ। ਅਗਲਾ ਸ਼ਬਦ ਫਿਰ ਆਸਾ ਰਾਗ ਦੇ ਵਿੱਚ, ਆਸਾ ਮਹੱਲਾ ਪੰਜਵਾਂ, ਪੰਚਪਦੇ। ਆਸਾ ਰਾਗ ਦੇ ਵਿੱਚ ਮਹੱਲੇ ਪੰਜਵੇਂ ਦਾ ਸ਼ਬਦ ਹੈ। ਇਹ ਸ਼ਬਦ ਪੰਜ ਪਦੇ ਨੇ, ਜਿਵੇਂ ਚਾਰ ਪਦੇ ਇੱਥੇ ਪੰਜ ਪਦੇ ਨੇ। ਰਹੋ ਪੰਕਤੀਆਂ ਨੇ। ਸੋਹਣੀ ਸਰੂਪ ਸੁਜਾਨ ਵਿਚਖਨ। ਵਿਚਖਨ ਮਨ ਨੂੰ ਸਮਝਾਉਂਦੇ ਨੇ ਕਿ ਤੇਰਾ ਸਰੂਪ ਵੀ ਬਹੁਤ ਸੋਹਣਾ ਹੈ, ਤੂੰ ਸਿਆਣੀ ਵੀ ਹੈ, ਤੂੰ ਸੁੰਦਰ ਵੀ ਹੈ। ਮਨ ਜਿਹੜਾ ਸਾਡਾ ਬੜਾ ਸੁੰਦਰ ਵੀ ਹੈ, ਸਿਆਣਾ ਵੀ ਹੈ, ਸੋਹਣੇ ਰੂਪ ਵਾਲਾ ਹੈ, ਚਤੁਰ ਹੈ। ਸਿਆਣੇ ਕਹਿ ਦਿੰਦੇ ਕਿਉਂਕਿ ਉਹੀ ਸ਼ਬਦ ਨੇ ਸਾਰੇ ਹੀ। ਅਤ ਗਰਬ ਹੈ ਮੋਹ ਫਾਕੀ ਤੂੰ, ਪਰ ਹੰਕਾਰ ਦੇ ਵਿੱਚ ਆ ਗਈ, ਇਸ ਕਰਕੇ ਪ੍ਰਭੂ ਤੋਂ ਵਿਛੜੀ ਹੈ। ਮਾਇਆ ਦੇ ਵਿੱਚ ਸੜ ਰਹੀ ਹੈ ਕਿਉਂਕਿ ਹੰਕਾਰ ਹੈ। ਤੇਰਾ ਆਪਣਾ ਰੂਪ ਜਿਹੜਾ ਵਿਗੜ ਗਿਆ ਹੈ ਹੰਕਾਰ ਦੇ ਵਿੱਚ, ਕਿਉਂਕਿ ਪ੍ਰਭੂ ਨੂੰ ਹੰਕਾਰ ਨਹੀਂ ਪਾਉਂਦਾ। ਕਿੰਨੇ ਮਰਜ਼ੀ ਸੋਹਣੇ ਹੋਈਏ, ਕੁਛ ਹੋ ਜਾਈਏ, ਜੇਕਰ ਹੰਕਾਰ ਹੈ ਪ੍ਰਭੂ ਨੂੰ ਨਹੀਂ ਪਾਉਂਦਾ। ਸਿਰਫ ਹਉਮੈ ਕਰਕੇ ਹੀ ਉਸ ਪ੍ਰਭੂ ਤੋਂ ਵਿਛੋੜਾ ਹੈ। ਆਓ ਸ਼ਬਦ ਰਹੋ ਪੰਕਤੀਆਂ ਨੇ। ਪ੍ਰਥਮੇ ਤੇਰੀ ਨੀਕੀ ਜਾਤ। ਕਹਿੰਦੇ ਸਭ ਤੋਂ ਪਹਿਲਾਂ ਤਾਂ ਤੇਰੀ ਜਿਹੜੀ ਜਾਤ ਹੈ ਨੀਕੀ ਹੈ, ਸੁੰਦਰ ਹੈ, ਨੇਕ ਹੈ, ਕਿਉਂਕਿ ਸਭ ਤੋਂ ਸ੍ਰੇਸ਼ਟ ਹੈ। ਮਨ ਪ੍ਰਕਾਸ਼ ਰੂਪ ਹੈ। ਦੂਤੀਆ ਤੇਰੀ ਮੰਨੀਐ ਪਥ। ਦੂਜਾ ਕਿ ਤੇਰੀ ਮਾਨ ਇੱਜ਼ਤ ਵੀ ਹੈ, ਤੈਨੂੰ ਪਤ ਵੀ ਮਿਲਦੀ ਹੈ, ਤੇਰਾ ਸੰਸਾਰ 'ਚ ਮਾਨ ਇੱਜ਼ਤ ਵੀ ਹੈ। ਤ੍ਰਿਤੀਆ ਤੇਰਾ ਸੁੰਦਰ ਥਾਨ। ਤੀਜਾ ਤੇਰਾ ਥਾਨ ਜਿੱਥੇ ਤੇਰਾ ਵਾਸਾ ਹੈ, ਜਿੱਥੇ ਤੂੰ ਰਹਿਣ ਵਾਲੀ ਹੈ, ਉਹ ਵੀ ਸੁੰਦਰ ਹੈ। ਇੰਨਾ ਕੁਛ ਹੋਣ ਦੇ ਬਾਅਦ ਵੀ ਫਿਰ ਕੀ ਹੈ? ਕਹਿੰਦੇ ਵਿਗੜ ਰੂਪ ਮਨ ਮਹਿ ਅਭਿਮਾਨ। ਪਰ ਤੇਰੇ ਮਨ 'ਚ ਹੰਕਾਰ ਆ ਗਿਆ, ਮਾਨ ਆ ਗਿਆ, ਇਸ ਕਰਕੇ ਤੇਰਾ ਰੂਪ ਹੀ ਵਿਗੜ ਗਿਆ। ਕਿਉਂ ਵਿਗੜ ਗਿਆ? ਮੈਂ ਲੱਗ ਗਈ। ਕੋਈ ਕਿੰਨਾ ਹੀ ਸੋਹਣਾ ਸੁੰਦਰ ਹੋਵੇ, ਸੋਹਣੇ ਘਰ 'ਚ ਵੀ ਵਸਿਆ ਹੋਵੇ, ਨਾ ਜਾਤ ਵੀ ਸੋਹਣੀ ਉੱਚੀ ਹੋਵੇ, ਪਰ ਜੇ ਮੂੰਹ 'ਤੇ ਕਾਲਖ ਲੱਗ ਗਈ ਤਾਂ ਵਿਗੜ ਰੂਪ ਹੋ ਜਾਂਦਾ ਹੈ। ਇੱਦਾਂ ਹੀ ਮਨ, ਸਾਡੇ ਮਨ ਦੇ ਵਾਸਤੇ ਮਨ ਨੂੰ ਸਭ ਤੋਂ ਉੱਤਮ ਪੈਦਾ ਕੀਤਾ ਹੈ, ਅਤੇ ਮਨ ਦਾ ਮਾਨ ਇੱਜ਼ਤ ਵੀ ਹੈ ਪ੍ਰਭੂ ਦੇ ਦਰ 'ਤੇ। ਪਰ ਕਦੋਂ ਹੋਏਗਾ? ਜਦੋਂ ਨਿਰਮਲ ਹੋਏਗਾ। ਅਤੇ ਇਹਦਾ ਥਾਨ ਵੀ ਬੜਾ ਸੁੰਦਰ ਹੈ ਜਿੱਥੇ ਇਸਨੇ ਵਸਣਾ ਹੈ, ਪਰ ਇੱਕ ਹਉਮੈ ਕਰਕੇ ਹੀ ਇਹ ਵਿਗੜ ਰੂਪ ਹੋ ਗਈ, ਪ੍ਰਭੂ ਨੂੰ ਨਹੀਂ ਪਾਉਂਦੀ। ਅਤ ਸੂਚੀ ਤੇਰੀ ਪਾਕਸਾਲ। ਤੇਰੀ ਪਾਕਸਾਲ ਜਿੱਥੇ ਤੇਰਾ ਭੋਜਨ ਹੈ, ਨਾਮ ਰੂਪੀ ਭੋਜਨ, ਬੜੀ ਸੁੰਦਰ ਹੈ, ਬਹੁਤ ਸੁੱਚੀ ਹੈ। ਕਰ ਇਸ਼ਨਾਨ ਪੂਜਾ ਤਿਲਕ ਲਾਲ। ਜਿਹੜਾ ਤੇਰਾ ਇਸ਼ਨਾਨ ਹੈ, ਤੇਰੀ ਪੂਜਾ ਹੈ, ਤੇਰਾ ਤਿਲਕ ਹੈ ਮੱਥੇ 'ਤੇ ਲਾਲ, ਜੋ ਨਾਮ ਰੂਪੀ ਹੈ ਸਾਰਾ, ਕਿਉਂਕਿ ਇਸ਼ਨਾਨ ਵੀ ਨਾਮ ਹੈ, ਪੂਜਾ ਵੀ ਨਾਮ ਹੈ, ਤਿਲਕ ਵੀ ਜਿਹੜਾ ਹੈ ਨਾਮ। ਜਿਹੜਾ
ਗੱਲੀਂ ਗਰਭੈ ਮੁਖ ਹੋਵੈ ਗਿਆਨ। ਕਹਿੰਦੇ ਮੁੱਖੋਂ ਗਿਆਨ ਹੋਵੇ, ਗੱਲਾਂ ਦੇ ਨਾਲ ਬੜਾ ਹੰਕਾਰ ਕਰਦਾ ਹੈ ਜੀਵ, ਆਪਣੇ ਆਪ ਨੂੰ ਜਨਾਉਂਦਾ ਹੈ। ਤੇਰੇ ਕੋਲ ਸਾਰਾ ਕੁਛ ਹੀ ਹੈ, ਸਭੇ ਦੁਖ ਹੋਈ ਲੋਭ ਸਵਾਨ, ਪਰ ਲੋਭ ਨੇ ਤੇਰਾ ਸਾਰਾ ਕੁਛ ਗਵਾ ਦਿੱਤਾ ਹੈ। ਕਿਉਂਕਿ ਜਦੋਂ ਲੋਭ ਹੈ, ਲੋਭ ਜਦੋਂ ਜੀਵ ਨੂੰ, ਲੋਭ ਕੀ ਹੁੰਦਾ ਹੈ? ਲੋਭ ਨੂੰ ਗੁਰਬਾਣੀ ਦੇ ਵਿੱਚ ਹਲਕ ਕਿਹਾ ਹੈ। ਹਲਕ, ਲੋਭ ਲਹਿਰ ਸਵਾਨ ਹਲਕ ਹੈ। ਜਿਵੇਂ ਕੁੱਤਾ ਹਲਕ ਜਾਂਦਾ ਹੈ, ਕੁੱਤਾ ਨਹਾਤਾ ਵੀ ਹੋਵੇ, ਸਭ ਕੁਛ ਕੀਤਾ ਹੋਵੇ, ਲੇਕਿਨ ਹਲਕ ਗਿਆ, ਸਭ ਨੂੰ ਵੱਢਦਾ ਹੈ। ਕੋਈ ਉਸ ਦਾ ਮਿੱਤਰ ਨਹੀਂ, ਕੋਈ ਉਸ ਨੂੰ ਦੇ ਨੇੜੇ ਨਹੀਂ ਲੱਗਦਾ। ਸਾਰੇ ਚਾਹੁੰਦੇ ਨੇ ਕਿ ਇਸ ਨੂੰ ਮਾਰ ਦਿੱਤਾ ਜਾਵੇ, ਕਿਸੇ ਦੂਜੇ ਨੂੰ ਵੱਢੇਗਾ, ਉਸ ਨੂੰ ਵੀ ਹਲਕ ਚੜੇਗਾ। ਇੱਦਾਂ ਹੀ ਕਹਿੰਦੇ ਗਿਆਨ ਵੀ ਹੋਵੇ, ਸਭ ਕੁਛ ਹੋਵੇ, ਪਰ ਜੇ ਤੇਰੇ ਅੰਦਰ ਲੋਭ ਹੈ, ਲੋਭ ਕਰਕੇ ਹੀ ਇਹ ਸਾਰਾ ਕੁਛ ਤੇਰਾ ਬੇਅਰਥ ਚਲੇ ਜਾਂਦਾ ਹੈ। ਸਭ ਵੇ ਦੁਖ ਹੋਈ ਲੋਭ ਸਵਾਨ। ਕਾਪਰ ਪਹਿਰੈ ਭੋਗੈ ਭੋਗ, ਕੱਪੜੇ ਪਹਿਨਦਾ ਹੈ ਬਹੁਤ ਸੋਹਣੇ, ਭੋਗ ਭੋਗਦਾ ਹੈ। ਅਚਾਰ ਕਰੈ ਸੋਭਾ ਮਹਿ ਲੋਕ, ਲੋਕਾਂ ਦੇ ਵਿੱਚ ਤੇਰੀ ਬੜੀ ਸੋਭਾ ਹੋਵੇ, ਤੇਰੇ ਬਾਰੀ ਦਿਖਾਵੇ ਦੇ ਕਰਮ ਵੀ ਚੰਗੇ ਹੋਣ। ਚੋਆ ਚੰਦਨ ਸੁਗੰਧ ਵਿਸਥਾਰ, ਤੇ ਤੇਰੇ ਮਨ ਨੂੰ ਸੋਹਣੀਆਂ ਖੁਸ਼ਬੂਦਾਰ ਪਰਫਿਊਮ ਵੀ ਲੱਗੀ ਹੋਵੇ। ਤੇਰਾ ਸੰਸਾਰ ਦੇ ਵਿੱਚ ਬੜਾ ਨਾਂ ਹੋਵੇ, ਤੇਰਾ ਵਿਸਥਾਰ ਹੋਵੇ ਵੱਡਾ। ਸੰਗੀ ਖੋਟਾ ਕ੍ਰੋਧ ਚੰਡਾਲ, ਪਰ ਤੇਰੇ ਨਾਲ ਜੇ ਤੇਰਾ ਸੰਗੀ ਕ੍ਰੋਧ ਚੰਡਾਲ ਹੈ, ਉਹ ਤੇਰਾ ਸਾਰਾ ਕੁਛ ਹੀ ਵਿਅਰਥ ਕਰ ਦਿੰਦਾ ਹੈ। ਹੰਕਾਰ, ਲੋਭ ਆ ਗਿਆ, ਕ੍ਰੋਧ ਆ ਗਿਆ। ਅਬਰ ਜੋਨ ਤੇਰੀ ਪਨਹਾਰੀ, ਕਹਿੰਦੇ ਸਾਰੀ ਜਿੰਨੀ ਹੋਰ ਜੂਨਾਂ ਨੇ, 84 ਲੱਖ ਜੂਨ ਦੇ ਵਿੱਚ, ਸਾਰੇ ਇਸ ਦੇ ਵਾਸਤੇ ਨੇ, ਮਨੁੱਖ ਦੇ ਵਾਸਤੇ ਨੇ। ਮਨੁੱਖ ਕਿਸੇ ਨੂੰ ਕਿਸੇ ਤਰੀਕੇ ਨਾਲ ਵੀ ਵਰਤ ਸਕਦਾ ਹੈ। ਮਨੁੱਖ ਸਾਰਿਆਂ ਦਾ ਸਰਦਾਰ ਹੈ। ਮਨੁੱਖ ਦੇ ਕੋਲ ਦਿਮਾਗ ਦਿੱਤਾ ਹੈ, ਗਿਆਨ ਦਿੱਤਾ ਹੈ, ਕਿਸੇ ਵੱਡੇ ਤੋਂ ਵੱਡੇ ਜਾਨਵਰ ਨੂੰ ਵੀ ਇਹ ਡਰਾ ਲੈਂਦਾ ਹੈ, ਕਾਬੂ ਕਰ ਲੈਂਦਾ ਹੈ। ਇਸ ਕਰਕੇ ਮਨੁੱਖ ਸ੍ਰੇਸ਼ਟ ਹੈ। ਸਾਰੇ ਤੇਰੇ ਹੇਠਾਂ ਨੇ, ਤੇਰੇ ਅਧੀਨ ਨੇ। ਇਸ ਧਰਤੀ ਮਹਿ ਤੇਰੀ ਸਿਕਦਾਰੀ, ਇਸ ਧਰਤੀ ਦੇ ਵਿੱਚ ਕਹਿੰਦੇ ਤੇਰੀ ਸਰਦਾਰੀ ਹੈ। ਸੋਨਾ ਰੂਪਾ ਤੁਝ ਪੈਦਾ, ਸੋਨਾ ਚਾਂਦੀ ਪੈਸਾ ਇਹ ਚੀਜ਼ਾਂ ਤੈਨੂੰ ਪ੍ਰਾਪਤ ਨੇ, ਕਿਉਂਕਿ ਮਨੁੱਖ ਦੇ ਕੋਲ ਹੀ ਨੇ। ਮਨੁੱਖ ਹੀ ਇਹਨਾਂ ਨੂੰ ਵਰਤਦਾ ਹੈ। ਮਨੁੱਖ ਨੂੰ ਹੀ ਇਹਨਾਂ ਦੀ ਕੀਮਤ ਦਾ ਪਤਾ ਹੈ। ਸੀਲ ਵਿਗਾੜਿਓ ਤੇਰਾ ਕੰਮ, ਪਰ ਇਹਨਾਂ ਚੀਜ਼ਾਂ ਦੇ ਵਿੱਚ ਮੋਹ ਨੇ ਹੀ ਤੇਰਾ ਸਾਰਾ ਚੀਜ਼ ਵਿਗਾੜ ਦਿੱਤਾ ਹੈ। ਸਾਰਾ ਕੁਛ ਹੋਣ ਦੇ ਬਾਵਜੂਦ ਵੀ, ਕਿਉਂਕਿ ਮੋਹ ਦੇ ਵਿੱਚ ਫਸਿਆ ਹੈ ਜੀਵ, ਤੇਰਾ ਸਾਰਾ ਕੁਛ ਹੀ ਵਿਗਾੜ ਦਿੱਤਾ ਹੈ। ਜਾ ਕੋ ਦ੍ਰਿਸ਼ਟ ਮਾਇਆ ਮਇਆ ਹਰਾਏ, ਸਮਝਾਉਂਦੇ ਨੇ ਵੀ ਜਿਹਨੂੰ ਦ੍ਰਿਸ਼ਟੀ ਉਸ ਪ੍ਰਭੂ ਦੀ ਹੋ ਜਾਵੇ, ਕਿਰਪਾ ਹੋ ਜਾਵੇ ਹਰੀ ਦੀ, ਪਰਮੇਸ਼ਰ ਦੀ, ਸਭ ਬੰਦੀ ਤੇ ਲਈ ਛਡਾਏ। ਕਹਿੰਦੇ ਉਹ ਫਿਰ ਇਹਨਾਂ ਬੰਦੀ ਖਾਨੇ 'ਚੋਂ ਛਡਾ ਲੈਂਦਾ ਹੈ ਪ੍ਰਭੂ। ਕਿਹੜਾ ਬੰਦੀ ਖਾਨਾ ਹੈ? ਜਿਸ ਬੰਦੀ ਖਾਨੇ ਦੇ ਵਿੱਚ ਕਾਮ ਹੈ, ਕ੍ਰੋਧ ਹੈ, ਲੋਭ ਹੈ, ਮੋਹ ਹੈ। ਜਿੱਥੋਂ ਛਡਾਉਣਾ, ਬਾਬਾ ਕਬੀਰ ਜੀ ਨੇ ਇਹ ਬਿਆਨ ਕੀਤਾ ਹੈ। ਮਨ ਕਿਹੜੇ ਬੰਦੀ ਖਾਨੇ ਦੇ ਵਿੱਚ ਹੁੰਦਾ ਹੈ? ਜਿਹਨੂੰ ਸਮਝਾਉਂਦੇ ਨੇ, ਕਿਉਂ ਲੀਜੈ ਗੜਬੰਕਾ ਭਾਈ, ਦੋਵਤ ਕੋਟ ਅਰ ਤੇਵਰ ਖਾਈ, ਪਾਚ 25 ਮੋਹ ਮਦ ਮਤਸਰ, ਆਡੀ ਪਰਵਲ ਮਾਇਆ।
ਕਹਿੰਦੇ ਬੰਦੀ ਖਾਨੇ ਦੇ ਵਿੱਚ ਜਿੱਥੇ ਬੰਦ ਹੈ ਉਹਨੂੰ ਕਿਵੇਂ ਕੱਢੀਏ, ਕਿਵੇਂ ਜਿੱਤਿਆ ਜਾਵੇ। ਦੋ ਤਾਂ ਦੀਵਾਰਾਂ ਨੇ ਉਸ ਦੇ ਦੁਆਲੇ, ਤੀਜੀ ਖਾਈ ਪੁੱਟੀ ਹੈ, ਤੇ ਪੰਜਾਂ ਦੀ ਫੌਜ ਅੱਗੇ 25-25 ਜਿਹੜੇ ਨਸ਼ੇ ਦੇ ਵਿੱਚ ਕਾਮ ਦਾ, ਕ੍ਰੋਧ ਦਾ, ਲੋਭ ਦਾ, ਮੋਹ ਦਾ, ਹੰਕਾਰ, ਇਹ ਫੌਜ ਵਿਚਾਰਾਂ ਦੀ ਗੇੜੇ ਕੱਢਦੀ ਹੈ। ਆਡੀ ਪ੍ਰਬਲ ਮਾਇਆ, ਕਹਿੰਦੇ ਫਿਰ ਮਾਇਆ ਦਾ ਕੋਈ ਅੰਤ ਹੀ ਨਹੀਂ, ਐਡੀ ਪ੍ਰਬਲ ਹੈ ਮਾਇਆ। ਜਨ ਗਰੀਬ ਕਾ ਜੋਰ ਨਾ ਚੱਲੇ, ਕਹਾਂ ਕਰੂ ਰਘੁਰਾਇਆ। ਐਡੇ ਬੰਦੀ ਖਾਨੇ ਦੇ ਵਿੱਚੋਂ ਕਹਿੰਦੇ ਕਿਵੇਂ ਟਿਕੇ, ਜ਼ੋਰ ਨਹੀਂ ਚੱਲਦਾ। ਤੇ ਹੋਰ ਦੱਸਦੇ ਨੇ ਕਾਮ ਕਿਵਾਰੀ, ਦੁੱਖ ਸੁੱਖ ਦਰਵਾਨੀ, ਪਾਪ ਪੁੰਨ ਦਰਵਾਜ਼ਾ। ਕਾਮ ਦੀ ਖਿੜਕੀ ਲੱਗੀ ਹੈ, ਦੁੱਖ ਸੁੱਖ ਦਰਵਾਨੀ ਦਰਵਾਜ਼ੇ ਤੇ ਖੜੇ ਨੇ, ਤੇ ਪਾਪ ਦੇ ਪੁੰਨ ਦਾ ਦਰਵਾਜ਼ਾ ਲੱਗਿਆ ਹੈ। ਕਾਮ ਕਿਵਾਰੀ, ਦੁੱਖ ਸੁੱਖ ਦਰਵਾਨੀ, ਪਾਪ ਪੁੰਨ ਦਰਵਾਜ਼ਾ। ਤੇ ਜਿਹੜਾ ਉਹ ਗੜ੍ਹ ਹੈ ਉਸ ਦਾ ਬਿਆਨ ਕਰਦੇ ਨੇ ਵੀ ਉੱਥੇ ਮਨ ਰਾਜਾ ਫਸਿਆ ਹੈ। ਕਾਮ ਕ੍ਰੋਧ ਮਹਾਂ ਬੜਦੁੰਦਰ, ਤਹ ਮਨ ਵਵਾਸੀ ਰਾਜਾ। ਕਹਿੰਦੇ ਉੱਥੇ ਕਾਮ ਤੇ ਕ੍ਰੋਧ ਬੜੇ ਹੰਕਾਰੀ, ਬੜੇ ਭੈੜੇ ਖੜੇ ਨੇ, ਉੱਥੇ ਮਨ ਫਸਿਆ ਹੋਇਆ ਹੈ। ਤਹ ਮਨ ਮਵਾਸੀ ਰਾਜਾ। ਤੇ ਫਿਰ ਦੱਸਦੇ ਨੇ ਕਹਿੰਦੇ ਸਨਾ ਟੋਪ ਮਮਤਾ ਕਾ ਕੁਬੁੱਧ ਕਮਾਨ ਚੜਾਈ। ਕਹਿੰਦੇ ਮਮਤਾ ਦਾ ਟੋਪ ਪਹਿਨਿਆ ਹੈ, ਕੁਬੁੱਧ ਦੀ ਕਮਾਨ ਲਈ ਬੈਠਾ ਹੈ। ਤ੍ਰਿਸ਼ਨਾ ਤੀਰ ਗਹੇ ਘਟ ਪੀਤਰ, ਤ੍ਰਿਸ਼ਨਾ ਦੇ ਤੀਰ ਕਮਾਨ ਤੇ ਚਲਾਏ ਨੇ, ਇਉਂ ਗੜ ਲਿਓ ਨਾ ਜਾਈ। ਕਹਿੰਦੇ ਇਸ ਕਰਕੇ ਉਸ ਨੂੰ ਕੱਢਿਆ ਨਹੀਂ ਜਾ ਸਕਦਾ, ਐਡਾ ਬੰਦੀ ਖਾਨਾ ਹੈ। ਤੇ ਸਮਝਾਉਂਦੇ ਨੇ ਕਹਿੰਦੇ ਕਿਵੇਂ ਫਿਰ ਕੱਢਿਆ ਜਾਵੇ। ਫਿਰ ਉਹ ਦੱਸਦੇ ਨੇ ਪ੍ਰੇਮ ਪਲੀਤਾ ਸੁਰਤ ਸਵਾਈ ਹਵਾਈ, ਪ੍ਰੇਮ ਪਲੀਤਾ ਸੁਰਤ ਹਵਾਈ, ਗੋਲਾ ਗਿਆਨ ਚਲਾਇਆ। ਕਹਿੰਦੇ ਪ੍ਰੇਮ ਦਾ ਪਲੀਤਾ ਲਾਇਆ ਹਵਾ ਦੇ ਵਿੱਚ, ਸੁਰਤ ਹਵਾ ਦੇ ਵਿੱਚ ਲੈ ਕੇ ਗਿਆਨ ਦਾ ਗੋਲਾ ਚਲਾ ਦਿੱਤਾ। ਜਿਵੇਂ ਆਪਾਂ ਗੋਲੇ ਨੂੰ ਪਲੀਤਾ ਲਾ ਕੇ ਉਸ ਨੂੰ ਅੱਗ ਲਾ ਦਿੰਦੇ ਹਾਂ, ਫਿਰ ਉਹ ਚੱਲਦਾ ਹੈ। ਇੱਥੇ ਗਿਆਨ ਦਾ ਪ੍ਰੇਮ ਪਲੀਤਾ ਸੁਰਤ ਹਵਾਈ, ਗੋਲਾ ਗਿਆਨ ਚਲਾਇਆ। ਬ੍ਰਹਮ ਅਗਨ ਸਹਿਜੇ ਪਰਜਾਲੀ, ਚੌਥੇ ਪਦ ਦੇ ਵਿੱਚ ਫਿਰ ਉਹ ਪ੍ਰਗਟ ਹੋਏ ਜੋਤ। ਇੱਕ ਹੈ ਚੋਟ ਸਹਿਜ ਆਇਆ। ਕਹਿੰਦੇ ਫਿਰ ਇੱਕ ਹੀ ਚੋਟ ਦੇ ਨਾਲ ਹੀ ਸਹਿਜ ਪ੍ਰਗਟ ਹੋ ਜਾਂਦਾ ਹੈ। ਜਦੋਂ ਸਹਿਜ ਪ੍ਰਗਟ ਹੋ ਜਾਂਦਾ ਹੈ ਫਿਰ ਸੱਤ ਤੇ ਸੰਤੋਖ ਮਿਲ ਜਾਂਦੇ ਨੇ, ਕਿਉਂਕਿ ਚੌਥੇ ਪਦ ਵਿੱਚ ਹੈ। ਕਹਿੰਦੇ ਸੱਤ ਸੰਤੋਖ ਲੈ ਲਰਨੇ ਲਾਗਾ, ਤੋੜੇ ਦੂਏ ਦਰਵਾਜ਼ਾ। ਕਹਿੰਦੇ ਫਿਰ ਉਹ ਦਰਵਾਜ਼ੇ ਦੋਨੇ ਤੋੜ ਦਿੱਤੇ। ਕਿਹੜੇ? ਪਾਪ ਪੁੰਨ ਦੇ। ਸਤ ਸੰਤੋਖ ਲੈ ਲਰਨੇ ਲਾਗਾ, ਤੋੜੇ ਦੂਏ ਦਰਵਾਜ਼ਾ। ਸਾਧ ਸੰਗਤ ਤੇ ਗੁਰ ਕਿਰਪਾ ਤੇ, ਪਕੜਿਓ ਗੜ ਕੋ ਰਾਜਾ। ਕਹਿੰਦੇ ਸਾਧੂ ਜੀ ਨੇ ਸੰਗਤ ਜਾ ਕੇ ਗੁਰ ਦੀ ਕਿਰਪਾ, ਗੁਰ ਦਾ ਗਿਆਨ ਲੈ ਕੇ ਫਿਰ ਉਸ ਰਾਜੇ ਨੂੰ ਪਕੜਿਆ। ਭਗਵਤ ਭੀਰ ਸਖਤ ਸਿਮਰਨ ਕੀ, ਕਾਟੀ ਵੀ ਕਾਲ ਪੈ ਫਾਸੀ। ਕਹਿੰਦੇ ਭਗਤਾਂ ਦੀ ਭੀੜ 'ਚ ਬੈਠ ਕੇ ਸਿਮਰਨ ਦੀ ਤਾਕਤ ਦੇ ਨਾਲ ਇਹ ਫਿਰ ਕਾਲ ਦੀ ਜਿਹੜਾ ਡਰ ਸੀ ਇਹ ਫਾਹੀ ਕੱਟੀ ਗਈ। ਦਾਸ ਕਮੀਰ ਚੜਿਓ ਗੜ ਉੱਪਰ, ਰਾਜ ਲਿਓ ਅਬਿਨਾਸੀ। ਇੱਦਾਂ ਕਹਿੰਦੇ ਫਿਰ ਕਬੀਰ ਜੀ ਕਹਿੰਦੇ ਫਿਰ ਉੱਥੇ ਚੜ੍ਹ ਗਏ ਉਦਾਸ ਗੜ੍ਹ ਦੇ ਉੱਤੇ, ਉੱਚੇ ਥਾਂ 'ਤੇ, ਜਿੱਥੇ ਅਬਿਨਾਸੀ ਰਾਜ ਦੀ ਪ੍ਰਾਪਤੀ ਹੁੰਦੀ ਹੈ।
ਇਸ ਕਰਕੇ ਐਸੇ ਬੰਦੀ ਖਾਨੇ ਦੇ ਵਿੱਚੋਂ ਕਿਵੇਂ ਮਨ ਛੁੱਟਦਾ ਹੈ? ਸਾਧੂ ਜਨਾਂ ਦੇ ਬਚਨਾਂ ਦੁਆਰਾ। ਇਸ ਕਰਕੇ ਸਮਝਾਉਂਦੇ ਨੇ, ਜਿਹਦੇ ਦਾ ਹਰੀ ਕਿਰਪਾ ਕਰਦਾ ਹੈ, ਦਇਆ ਕਰਦਾ ਹੈ, ਉਹਨਾਂ ਨੂੰ ਫਿਰ ਸਾਧ ਸੰਗ ਮਿਲ ਹਰ ਰਸ ਪਾਇਆ। ਕਹਿੰਦੇ ਸਾਧੂ ਸੰਤਾਂ ਦਾ ਸੰਗ ਕਰਕੇ ਫਿਰ ਮਿਲ ਕੇ ਹਰੀ ਦਾ ਰਸ ਪ੍ਰਾਪਤ ਹੋਇਆ। ਕਹੋ ਨਾਨਕ ਸਫਲ ਉਹ ਕਾਇਆ। ਫਿਰ ਉਹ ਕਾਇਆ, ਉਹ ਸਰੀਰ ਸਫਲ ਹੋ ਗਿਆ। ਕਾਇਆ ਕੋਈ ਇਹ 9 ਦੁਆਰਾਂ ਦੀ ਨਹੀਂ, 10 ਦੁਆਰਾਂ ਦੀ ਹੈ। ਫਿਰ ਸਾਡੀ ਉਹ ਕਾਇਆ ਸਫਲ ਹੋ ਜਾਂਦੀ ਜਦੋਂ ਅਸੀਂ ਉਸ ਥਾਂ ਨੂੰ ਲੱਭ ਲੈਂਦੇ ਜਿੱਥੇ ਜਾ ਕੇ ਸਾਡਾ ਮਨ ਆਜ਼ਾਦ ਹੋ ਜਾਂਦਾ ਹੈ। ਕਿਉਂਕਿ 9 ਦਰਾਂ 'ਤੇ ਬੰਦੀ ਖਾਨਾ ਹੈ, 10ਵੇਂ ਦੇ ਵਿੱਚ ਮਾਲਕ ਸਾਡਾ ਮਨ ਖਲਾਸੀ ਹੋ ਜਾਂਦਾ ਹੈ, ਆਜ਼ਾਦ ਹੋ ਜਾਂਦਾ, ਬੰਦੀ ਖਾਨੇ ਤੋਂ ਛੁੱਟ ਜਾਂਦਾ ਹੈ। ਸਭ ਰੂਪ ਸਭ ਸੁੱਖ ਬਣੇ ਸੁਹਾਗਣ। ਫਿਰ ਉਹ ਰੂਪ ਪ੍ਰਗਟ ਹੋ ਜਾਂਦਾ, ਫਿਰ ਸਾਰੇ ਸੁੱਖ ਪ੍ਰਾਪਤ ਹੋ ਜਾਂਦੇ ਨੇ, ਫਿਰ ਸੁਹਾਗਣ ਹੋ ਜਾਂਦੀ ਪ੍ਰਭੂ ਨੂੰ। ਜਿਹੜੇ ਪਹਿਲਾਂ ਕੀਤੇ ਸੀ ਉਹ ਵਿਅਰਥ ਸੀ, ਅਤੇ ਫਿਰ ਉਹ ਪ੍ਰਭੂ ਨੂੰ ਪਾ ਜਾਂਦੀ ਹੈ। ਅਤ ਸੁੰਦਰ ਵਿਚਖਣ ਤੂੰ। ਹੁਣ ਤੂੰ ਅਤ ਦੀ ਸੁੰਦਰ ਹੈ, ਅਤ ਦੀ ਵਿਚਖਣ ਹੈ। ਪਹਿਲਾਂ ਰੂਪ ਤੇਰਾ ਸਾਰਾ ਸੁੰਦਰ ਸੀ, ਪਰ ਤੇਰੇ ਅੰਦਰ ਕੀ ਸੀ? ਅਭਿਮਾਨ ਸੀ, ਤੇਰੇ ਅੰਦਰ ਲੋਭ ਸੀ, ਤੇਰੇ ਅੰਦਰ ਕ੍ਰੋਧ ਸੀ, ਕਾਮ ਸੀ, ਮੋਹ ਸੀ। ਇਹ ਚੀਜ਼ਾਂ ਸਾਡੇ ਮਨ ਨੂੰ ਵਿਗਾੜਦੀਆਂ ਨੇ। ਫਿਰ ਸਾਧੂ ਜਨਾਂ ਦੀ ਸੰਗਤ 'ਚ ਆਉਂਦੇ, ਫਿਰ ਇਹਨਾਂ ਦਾ ਜਿਹੜਾ ਬੰਦੀ ਖਾਨਾ, ਉੱਥੋਂ ਜਦੋਂ ਮਨ ਆਜ਼ਾਦ ਹੋ ਜਾਂਦਾ ਹੈ, ਉੱਥੇ ਵਾਸਾ ਹੋ ਜਾਂਦਾ ਹੈ ਜਿੱਥੇ ਨਾ ਕਾਮ ਹੈ, ਨਾ ਕ੍ਰੋਧ ਹੈ, ਨਾ ਲੋਭ ਹੈ, ਨਾ ਮੋਹ ਹੈ, ਨਾ ਹੰਕਾਰ ਹੈ। ਕਿਉਂਕਿ ਇਹ ਤ੍ਰੈ ਗੁਣਾਂ ਵਿੱਚ ਨੇ। ਚੌਥੇ ਪਦ ਵਿੱਚ ਮਾਲਕ ਹੈ, ਨਾਮ ਹੈ, ਜਿੱਥੇ ਸਾਡਾ ਮਨ ਵਸਦਾ ਹੈ ਆਤਮ ਰੂਪ ਹੋ ਕੇ। ਸੋ ਆਓ ਹੁਣ ਆਪਾਂ ਨਾਲ ਅਭਿਆਸ ਕਰੀਏ, ਆਪਣੇ ਰੂਪ ਨੂੰ ਵੀ ਦੇਖੀਏ। ਆਪਾਂ ਵੀ ਉੱਥੇ ਧਿਆਨ ਲਗਾਈਏ ਜਿੱਥੇ ਸਾਡਾ ਮਨ ਇਹਨਾਂ 5 ਦੇ ਦਾਇਰੇ 'ਚੋਂ ਆਜ਼ਾਦ ਹੋ ਜਾਂਦਾ ਹੈ। ਕਿਵੇਂ ਹੁੰਦਾ ਹੈ? ਜੇ ਅਸੀਂ ਬਚਨਾਂ ਨੂੰ ਸੁਣ ਕੇ ਮੰਨਦੇ ਹਾਂ, ਕਮਾਉਂਦੇ ਹਾਂ, ਜੇ ਅਸੀਂ ਗੁਰ ਦੇ ਸ਼ਬਦ ਦਾ ਰੱਖਿਆ ਚੱਕਰ ਬਣਾ ਲੈਂਦੇ ਹਾਂ। ਗੁਰ ਕਾ ਸ਼ਬਦ ਰਖਵਾਰੇ, ਚੌਕੀ ਚੌਗਿਰਦ ਹਮਾਰੇ, ਰਾਮ ਨਾਮ ਲਾਗਾ, ਜਮਲ ਜਾਏ ਕਰ ਪਾਕਾ। ਪ੍ਰਭੂ ਜੀ ਤੂੰ ਮੇਰੋ ਸੁਖਦਾਤਾ, ਬੰਧਨ ਕਾਟ ਕਰੇ ਮਨ ਨਿਰਮਲ, ਪੂਰਨ ਪੁਰਖ ਵਿਦਾਤਾ। ਨਾਨਕ ਪ੍ਰਭ ਅਬਿਨਾਸੀ, ਤਾਕੀ ਸੇਵਨਾ ਬਿਰਥੀ ਜਾਸੀ, ਆਨੰਦ ਕਰੇ ਤੇਰੇ ਦਾਸਾ, ਜਪ ਪੂਰਨ ਹੋਈ ਆਸਾ। ਕਿਵੇਂ ਹੈ ਜਾਣਾ ਉਸ ਘਰ ਦੇ ਵਿੱਚ? ਮੰਨੇ ਮਨ ਜਿਹੜਾ ਇਸ ਗੜ੍ਹ ਦੇ ਵਿੱਚ ਕੈਦ ਹੋ ਗਿਆ, ਅਤੇ ਅੱਖਾਂ ਜਿਹੜੇ ਇਹ ਖਿੜਕੀ ਹੈ, ਇੱਕ ਕਾਮ ਦੀ ਖਿੜਕੀ ਬਣ ਗਈ, ਪਰਾਇਆ ਰੂਪ ਦੇਖਦਾ ਹੈ। ਜਿੱਥੋਂ ਨਿਕਲਦਾ ਹੈ ਫਿਰ ਇਸ ਨੂੰ ਅੱਗੇ ਦਰਵਾਜ਼ੇ ਕਿਹੜੇ ਨੇ? ਪਾਪ ਤੇ ਪੁੰਨ ਦੇ। ਤੇ ਦਰ ਤੇ ਖੜਾ ਕੌਣ ਹੈ? ਦੁੱਖ ਸੁੱਖ। ਕਦੇ ਦੁੱਖ ਆ ਗਿਆ, ਕਦੇ ਸੁੱਖ ਆ ਗਿਆ। ਇਹ ਪ੍ਰਭੂ ਦੇ ਵੱਲ ਸਾਨੂੰ ਜਾਣ ਨਹੀਂ ਦਿੰਦਾ। ਫਿਰ ਪਾਪ ਕਰ ਲਿਆ, ਪੁੰਨ ਕਰ ਲਿਆ, ਇੱਥੇ ਜੀ ਫਸ ਗਿਆ। ਫਿਰ ਅੱਗੇ ਕ੍ਰੋਧ ਆ ਜਾਂਦਾ ਹੈ, ਜਿਹੜਾ ਬਹੁਤ ਪ੍ਰਧਾਨ ਹੈ ਕਰਦਾ, ਜਿਸ ਨੂੰ ਬੜਾ ਯੋਧਾ ਵੀ ਕਹਿ ਦਿੱਤਾ ਹੈ। ਮਨ ਇੱਥੇ ਫਸਿਆ ਹੈ। ਸੋ ਇਸ ਤੋਂ ਆਪਾਂ ਨਿਕਲਣ ਦਾ ਕੀ ਰਸਤਾ ਹੈ ਕਿ ਆਪਣੇ ਨੇਤਰਾਂ ਨੂੰ ਪਹਿਲਾਂ ਇਸ ਪੁਆਇੰਟ 'ਤੇ ਸਮ ਕਰਨਾ ਹੈ ਜਿੱਥੇ ਇਹ 2 ਨੇਤਰ ਇੱਕ ਹੋ ਜਾਂਦੇ ਨੇ, ਜਿਸ ਨੂੰ ਬਹੁਤ ਸਾਰੇ ਲੋਕ ਤੀਜਾ ਨੇਤਰ ਵੀ ਕਹਿ ਦਿੰਦੇ ਨੇ। ਇਹਨਾਂ ਦੋਨਾਂ ਨੇਤਰਾਂ ਨੂੰ ਇਸ ਪੁਆਇੰਟ 'ਤੇ ਸਮ ਕਰਕੇ ਇਹ ਦੇਖਣਾ ਹੁੰਦਾ ਹੈ ਕਿ ਜਿਹੜੇ ਸਾਡੇ 2 ਨੇਤਰ ਨੇ ਇਹ ਇੱਕ ਹੋ ਗਏ ਕਿ ਨਹੀਂ। ਜਦੋਂ ਨੇਤਰ ਇੱਕ ਹੋ ਗਏ
ਇੱਥੇ ਦੇਖਣ ਦੇ ਨਾਲ ਸਾਨੂੰ ਆਪਣਾ ਨੱਕ ਨਜ਼ਰ ਨਹੀਂ ਆਏਗਾ। ਜਿੰਨੀ ਦੇਰ ਆਪਾਂ ਨੂੰ ਨੱਕ ਨਜ਼ਰ ਆਉਂਦਾ ਹੈ, ਸਾਡੇ ਨੇਤਰ ਇੱਕ ਨਹੀਂ ਹੋਏ, ਦੋ ਨੇ। ਸਾਡਾ ਤੀਜਾ ਨੇਤਰ ਨਹੀਂ ਖੁੱਲਿਆ, ਕਿਉਂਕਿ ਦੋਨਾਂ ਤੋਂ ਬਾਅਦ ਜਿਹੜਾ ਨੇਤਰ ਬਣਨਾ ਹੈ ਉਹ ਨੇਤਰ ਹੈ, ਉਹ ਅੱਖ ਹੈ ਜਿਹਦੇ ਨਾਲ ਪ੍ਰਭੂ ਦਿਸਦਾ ਹੈ। ਆਪਣੇ ਆਪ ਨੂੰ ਦੇਖਣਾ ਹੈ। ਜੇਕਰ ਇੱਥੇ ਦੇਖਣ ਦੇ ਨਾਲ ਨੱਕ ਦਿਸਦਾ ਹੈ ਫਿਰ ਦੋ ਨੇਤਰ ਨੇ, ਜੇਕਰ ਨਹੀਂ ਦਿਸਦਾ ਫਿਰ ਸਾਡੇ ਨੇਤਰ ਇੱਕ ਹੋ ਚੁੱਕੇ ਨੇ, ਇੱਕ ਦ੍ਰਿਸ਼ਟ ਹੋ ਗਏ ਨੇ। ਇੱਥੇ ਦੇਵ ਲੋਕ ਹੈ, ਦੇਵਤਾ ਬਣ ਗਏ ਮਨ। ਸੋ ਆਪਾਂ ਨੇ ਦੇਖਣਾ ਹੈ ਕਿ ਸਾਨੂੰ ਆਪਣਾ ਨੱਕ ਦਿਸਦਾ ਹੈ ਜਾਂ ਨਹੀਂ ਦਿਸਦਾ। ਜੇਕਰ ਦਿਸਦਾ ਹੈ ਫਿਰ ਕਿਸ ਪਾਸੇ ਦਿਸਦਾ ਹੈ, ਸੱਜੇ ਦਿਸਦਾ ਹੈ, ਖੱਬੇ ਜਾਂ ਦੋਨੇ ਪਾਸੇ। ਜੇ ਨਹੀਂ ਦਿਸਦਾ ਫਿਰ ਅਸੀਂ ਇੱਕ ਦ੍ਰਿਸ਼ਟ ਹਾਂ, ਸਾਡੇ ਦੋ ਨੇਤਰ ਇੱਕ ਹੋ ਚੁੱਕੇ ਨੇ, ਪਰ ਸਾਨੂੰ ਗਿਆਨ ਨਹੀਂ। ਇਹਨਾਂ ਆਪਣੇ ਆਪ ਨੂੰ ਦੇਖਣਾ, ਇਸ ਪੁਆਇੰਟ 'ਤੇ ਦ੍ਰਿਸ਼ਟੀ ਨੂੰ ਫੋਕਸ ਕਰਨਾ ਹੈ। ਇੱਥੋਂ ਫਿਰ ਮੈਂ ਆਪ ਜੀ ਨੂੰ ਆਵਾਜ਼ ਦੇਵਾਂਗਾ ਕਿ ਧਿਆਨ ਸਾਹਮਣੇ ਲੈ ਕੇ ਆਓ, ਫਿਰ ਆਪਾਂ ਸਾਹਮਣੇ ਦੇਖਣਾ ਹੈ। ਫਿਰ ਆਪ ਜੀ ਨੂੰ ਆਵਾਜ਼ ਦੇਵਾਂਗਾ ਕਿ ਧਿਆਨ ਮਸਤਕ ਦੇ ਸਾਹਮਣੇ ਲੈ ਜਾਓ, ਫਿਰ ਪਲਕਾਂ ਉੱਤੇ ਚੁੱਕੋ। ਫਿਰ ਕਵਾਂਗਾ ਸਾਹਮਣੇ, ਫਿਰ ਵਾਪਸ ਸਾਹਮਣੇ। ਫਿਰ ਜਦੋਂ ਕਵਾਂਗਾ ਸਮ ਕਰਕੇ ਦੇਖੋ, ਫਿਰ ਨੱਕ 'ਤੇ ਦ੍ਰਿਸ਼ਟੀ ਫੋਕਸ ਕਰਕੇ ਫਿਰ ਦੇਖਣਾ ਹੈ। ਜੇਕਰ ਕੋਈ ਨਵਾਂ ਜੀਵ ਜਿਸ ਨੂੰ ਪਹਿਲਾਂ ਨੱਕ ਦਿਸਦਾ ਹੈ, ਫਿਰ ਉਸਨੇ ਦੇਖਣਾ ਕਿ ਹੁਣ ਦਿਸ ਨੂੰ ਹਟ ਗਿਆ। ਜੇ ਨੱਕ ਦਿਸ ਨੂੰ ਹਟ ਗਿਆ ਫਿਰ ਇੱਕ ਦ੍ਰਿਸ਼ਟ ਹੋ ਗਿਆ। ਫਿਰ ਇਸ ਗੁਰ ਨੂੰ ਪਕੜ ਕੇ ਰੱਖਣਾ ਹੈ, ਇਸ ਵਿਧੀ ਨੂੰ ਕਮਾਉਣਾ ਹੈ ਆਪਾਂ ਨੇ। ਪਰ ਫਿਰ ਆਪਾਂ ਕੀ ਕਰਨਾ ਹੁੰਦਾ ਹੈ, ਇੱਕ ਨੱਕ 'ਤੇ ਦੂਜਾ ਨੀਚੇ। ਸਭ ਤੋਂ ਪਹਿਲਾਂ ਜਿਹੜਾ ਅਭਿਆਸ ਕਰਨਾ ਹੈ ਨੱਕ 'ਤੇ ਨੀਚੇ, ਫਿਰ ਇੱਥੇ, ਫਿਰ ਨੀਚੇ, ਇੱਦਾਂ ਵਾਰ-ਵਾਰ ਕਰਨਾ ਹੈ। ਉਦੋਂ ਤੱਕ ਕਰਨਾ ਹੈ ਜਦੋਂ ਤੱਕ ਸਾਨੂੰ ਆਪਣਾ ਨੱਕ ਹੈ ਜਿਹੜਾ ਸ਼ੀਸ਼ੇ ਵਾਂਗੂ ਚਮਕਣ ਨਾ ਲੱਗ ਜਾਵੇ। ਇਸ ਪਾਸੇ ਖੱਬੇ ਪਾਸੇ ਸਾਨੂੰ ਸ਼ੀਸ਼ੇ ਦੀ ਤਰ੍ਹਾਂ ਨਾਲ ਚਮਕਣ ਲੱਗ ਜਾਵੇ। ਉਹਨਾਂ ਸਮਾਂ ਆਪਾਂ 2 ਪੁਆਇੰਟ ਇੱਥੇ ਨੀਚੇ, ਫਿਰ ਸਮ, ਫਿਰ ਨੀਚੇ ਕਰਨਾ ਹੈ। ਸੋ ਆਓ ਨੇਤਰ ਸਮ ਕਰਕੇ ਆਪਣੇ ਆਪ ਨੂੰ ਦੇਖੀ, ਪਰਖੋ ਥੋੜ੍ਹਾ ਕਿ ਅਸੀਂ ਇੱਕ ਦ੍ਰਿਸ਼ਟ ਹਾਂ ਕਿ ਨਹੀਂ। ਸਾਹਮਣੇ ਲੈ ਕੇ ਆਈਏ ਧਿਆਨ। ਮਸਤਕ ਦੇ ਸਾਹਮਣੇ ਲੈ ਜਾਓ, ਪਲਕਾਂ ਉੱਤੇ ਚੁੱਕ ਦਿਓ। फिर सामने लेके आइए ध्यान। फिर नक ते सम करके देखो,
दृष्टि फोकस करके देखो अपने आप नूं। देखो जेकर कोई नवा जीव है, जे नक दिसदा सी कि हुण दिसदा जां हट गया। जे नक दिसनों हट गया तो असी एक दृष्ट हो गए, सारे दो नेत्र एक हो गए। इत्थे मन देवता बन गया। नीचे लै जो ध्यान, बिल्कुल रिलैक्स नीचे लै जाओ। जो भी थल्ले कपड़ा विछया है उस तो थोड़ा उपर ध्यान लगाना, देखने की कोशिश करनी है। इत्थे सानू प्रकाश प्रकाश अनुभव होना शुरू होगा नीचे। सम करके देखिए अपने आप नूं, फिर सम करके अपने आप नूं देखिए। सानू लैफ्ट साइड दिखना हुंदा है, राइट साइड नहीं आपां नूं दिसना, लैफ्ट साइड। ध्यान नाल देखो कि किस साइड तो दिसता है, क्योंकि एक बीबी है, बीबा जी जो कि कहंदे राइट साइड तो शाइनिंग दिसती है। ध्यान नाल देखो, जोर नहीं लगाना। पर कई बार असीं खुद ही अपने नेत्रां नूं उधर उधर करके देखना शुरू कर देंदे। आपां नेत्रां नूं इसे पॉइंट ते
अपने वालों सम करना है, जोर नहीं लगाना। फिर ध्यान नाल देखो कि आपां नूं लैफ्ट साइड ते, राइट नहीं दिसनी चाहिए, क्योंकि राइट साइड आपां बंद कर देनी है, छड़ देनी है। फिर नीचे लै जाओ ध्यान। फिर सम करके देखिए अपने आप नूं। फिर नीचे लै जाओ ध्यान।
ਫਿਰ ਸਮ ਕਰਕੇ ਦੇਖੀਏ ਆਪਣੇ ਆਪ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਗੁਰਮੁਖ ਪਿਆਰਿਓ, ਇਸ ਤਰੀਕੇ ਦੇ ਨਾਲ ਆਪਾਂ ਇਹ ਰਸਤਾ ਹੈ ਨਿਕਲਣ ਦਾ, ਕਿਉਂਕਿ ਪ੍ਰੇਮ ਦਾ ਮਾਰਗ ਹੈ ਅਤੇ ਆਪਾਂ ਇੱਥੋਂ ਗਿਆਨ ਛੱਡਦੇ ਹਾਂ। ਕਿੱਥੇ ਛੱਡਦੇ ਹਾਂ? ਹਵਾ ਦੇ ਵਿੱਚ, ਹਵਾਈ। ਅਤੇ ਜਿਹੜੇ ਜੀਵ ਇਸ ਨੂੰ ਸੁਣਦੇ ਨੇ, ਜਿਹੜੇ ਸੁਣ ਕੇ ਸਹਾਰਦੇ ਨੇ, ਉਹਨਾਂ ਦਾ ਪ੍ਰਭੂ ਦੇ ਨਾਲ ਮਿਲਾਪ ਹੁੰਦਾ ਹੈ। ਉਹ ਇੱਕ ਦ੍ਰਿਸ਼ਟ ਹੁੰਦੇ ਨੇ ਪਹਿਲਾਂ, ਫਿਰ ਨਾਮ ਪ੍ਰਗਟ ਹੁੰਦਾ ਹੈ, ਨਾਮ ਨੂੰ ਧਿਆਉਂਦੇ ਨੇ, ਮੁੱਖ ਉਜਲ ਹੁੰਦਾ ਹੈ, ਮਨ ਨੂੰ ਰੰਗ ਚੜ੍ਹਦਾ ਹੈ ਨਾਮ ਦਾ, ਫਿਰ ਪ੍ਰਭੂ ਨੂੰ ਪਾਉਂਦੇ ਹਾਂ, ਫਿਰ ਪ੍ਰਭੂ ਸਾਡੇ ਸਾਹਮਣੇ ਪ੍ਰਗਟ ਹੁੰਦਾ ਹੈ। ਸੋ ਇਹ ਤਰੀਕਾ ਹੈ, ਇਹ ਵਿਧੀ ਹੈ। ਬਾਬਾ ਕਬੀਰ ਜੀ ਸਮਝਾਉਂਦੇ ਨੇ, ਚੋਟ ਸਹਾਰੇ ਸ਼ਬਦ ਕੀ, ਤਾਸ ਗੁਰੂ ਮੈਂ ਦਾਸ। ਜਿਹੜੇ ਇਸ ਸ਼ਬਦ ਦੀ ਚੋਟ ਨੂੰ ਸਹਾਰਦੇ ਨੇ, ਆਪਣੀ ਮੱਤ ਦੇ ਉੱਤੇ ਸਹਾਰ ਲੈਂਦੇ ਨੇ, ਕਹਿੰਦੇ ਉਹ ਦਾਸ, ਉਹ ਸਾਡੇ ਗੁਰੂ ਨੇ, ਅਸੀਂ ਉਹਨਾਂ ਦੇ ਦਾਸ ਹਾਂ। ਸੋ ਪਿਆਰਿਓ, ਇੰਨੀ ਕੁ ਵਿਚਾਰ ਕਰਦੇ ਹਾਂ, ਬਹੁਤ ਸਾਰੀਆਂ ਭੁੱਲਾਂ ਹੋ ਜਾਂਦੀਆਂ ਹਨ। ਆਪ ਸੰਗਤ ਸਤਿਗੁਰੂ ਜੀ ਬਖਸ਼ਣਯੋਗ ਹੋ, ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ।